तू साहिब गुणी निधाना, तुमरी महिमा बरन ना साकूं, तू ठाकुर उच भगवाना। ज्ञान ध्यान किछ कर्म ना जाना, सार न जाना तेरी। सब ते बड़ा सतगुर नानक, जिन कल राखी मेरी। जुगो जुग अटल शब्द गुरु धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਗੁਰ ਇਤਿਹਾਸ ਤੇ ਗੁਰ ਸਿਧਾਂਤ ਨਾਲ ਸਾਂਝ ਪਾਉਣ ਲਈ ਜੁੜ ਬੈਠੀ ਸਰਬਤ ਗੁਰੂ ਕੀ ਸੰਗਤ ਸਿਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਰਮੇਸ਼ਰ ਜੀ ਦੀ ਅਪਾਰ ਕਿਰਪਾ ਸਦਕਾ, ਆਪ ਸੰਗਤਾਂ ਦੀਆਂ ਅਸੀਸਾਂ ਸਦਕਾ ਆਪਾਂ ਭਗਤ ਨਾਮਦੇਵ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਆਰੰਭੀ ਸੀ। ਇਸੇ ਲੜੀ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 525 ਤੇ ਸੁਭਾਇਮਾਨ ਸ਼ਬਦ ਜਿਹੜਾ ਗੁਜਰੀ ਰਾਗ ਵਿੱਚ ਹੈ, ਉਹਦੀ ਆਪਾਂ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਉਟਾਸਰਾ ਲੈ ਕੇ ਰਲ ਮਿਲ ਕੇ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗੇ। ਸੋ ਪਹਿਲਾਂ ਆਪਾਂ ਸ਼ਬਦ ਦਾ ਪਾਠ ਕਰ ਲੈਂਦੇ ਹਾਂ ਜੀ, ਫਿਰ ਸੰਖੇਪ ਦੇ ਅੱਖਰੀ ਅਰਥ ਤੇ ਫਿਰ ਆਪਾਂ ਭਾਵ-ਅਰਥ ਵਿਚਾਰਾਂਗੇ। ਗੁਜਰੀ ਘਰ ਪਹਿਲਾ, ਮਲੈ ਨ ਲਾਛੈ ਪਾਰ ਮਲੋ, ਪਰਮਲਿਓ ਬੈਠੋ ਰਿਆਈ। ਆਵਤ ਕਨੈ ਨ ਪੇਖਿਓ, ਕਵਨ ਜਾਣੈ ਦੀ ਬਾਈ। ਕੌਣ ਕਹੈ ਕਿਨ ਬੂਝੀਐ, ਰਮਈਆ ਆਕੁਲ ਰੀ ਬਾਈ। ਰਹਾਉ ਜਿਉ ਆਕਾਸੈ ਪੰਖੀਅਲੋ, ਖੋਜ ਨਿਰਖਿਓ ਨਾ ਜਾਈ। ਜਿਉ ਜਲ ਮਾਝੈ ਮਾਛਲੋ, ਮਾਰਗ ਪੇਖਣੋ ਨਾ ਜਾਈ। ਜਿਉ ਆਕਾਸੈ ਘੜੂਅਲੋ, ਮ੍ਰਿਗ ਤ੍ਰਿਸ਼ਨਾ ਭਰਿਆ। ਨਾਮੇ ਚੇ ਸੁਆਮੀ ਬੀਠਲੋ, ਜਿਨ ਤੀਨੈ ਜਰਿਆ। ਜਿਉ ਆਕਾਸੈ ਘੜੂਅਲੋ, ਮ੍ਰਿਗ ਤ੍ਰਿਸ਼ਨਾ ਭਰਿਆ। ਨਾਮੇ ਚੇ ਸੁਆਮੀ ਬੀਠਲੋ, ਜਿਨ ਤੀਨੈ ਜਰਿਆ। ਰਹਾਉ ਦਾ ਬੰਦ ਹੈ। ਕੌਣ ਕਹੈ ਕਿਨ ਬੂਝੀਐ, ਰਮਈਆ ਆਕੁਲ ਰੀ ਬਾਈ। ਪਰਮੇਸ਼ਰ ਬਾਰੇ ਗੁਰਦੇਵ ਪਿਤਾ ਨੇ ਗੁਰਬਾਣੀ ਵਿੱਚ ਬਹੁਤ ਸਾਰੇ ਪਾਵਨ ਬਚਨਾਂ ਰਾਹੀਂ ਇਹ ਸਮਝਾਇਆ ਹੈ ਕਿ ਨਿਰੰਕਾਰ ਅਕਾਲ ਪੁਰਖ ਸਿਰਜਣਹਾਰ ਕਰਤਾ, ਜਿਸ ਨੂੰ ਆਪਾਂ ਜੀਵ ਬੇਅੰਤ ਨਾਵਾਂ ਨਾਲ ਯਾਦ ਕਰਦੇ ਹਾਂ, ਆਰਾਧਦੇ ਹਾਂ, ਸਿਮਰਦੇ ਹਾਂ, ਉਹ ਆਪ ਬੇਅੰਤ ਹੈ। ਬੇਅੰਤ ਗੁਣਾਂ ਦਾ ਉਹ ਖਜ਼ਾਨਾ ਹੈ, ਗੁਣ ਨਿਧਾਨ ਹੈ। ਔਰ ਉਸ ਦੀ ਰਚੀ ਹੋਈ ਰਚਨਾ ਵੀ ਬੇਅੰਤ ਹੈ, ਜਿਸ ਰਚਨਾ ਤੋਂ ਉਹ ਨਿਰਲੇਪ ਵੀ ਹੈ ਤੇ ਉਸ ਰਚਨਾ ਨਾਲ ਉਹ ਸਦਾ ਜੁੜਿਆ ਵੀ ਹੈ, ਉਹਦੇ ਵਿੱਚ ਰਮਿਆ ਵੀ ਹੈ। ਇਹ ਬੜੀ ਅਸਰਜ ਖੇਡ ਹੈ। ਪਰ ਜਿਵੇਂ ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਕੌਣ ਕਹੈ ਕਿਨ ਬੂਝੀਐ, ਰਮਈਆ ਆਕੁਲ ਰੀ ਬਾਈ। ਕਿਹੜਾ ਜੀਵ ਉਹਦੇ ਸਾਰੇ ਗੁਣਾਂ ਨੂੰ ਬਿਆਨ ਕਰ ਸਕਦਾ, ਦੱਸ ਸਕਦਾ? ਕਿਹੜਾ ਕਿਵੇਂ ਉਹਨੂੰ, ਉਹਦੇ ਗੁਣਾਂ ਨੂੰ, ਉਹਦੇ ਪਾਸਾਰੇ ਨੂੰ ਬੁੱਝ ਸਕਦਾ, ਜਾਣ ਸਕਦਾ?
ਉਹ ਰਮਈਆ ਸਾਰਿਆਂ ਵਿੱਚ ਰਮਿਆ ਹੋਇਆ ਹੈ। ਉਹਦੀ ਕੋਈ ਆਪਣੀ ਜਾਤ, ਕੁਲ, ਗੋਤ, ਵਰਨ ਜਾਂ ਸਰੀਰ ਨਹੀਂ, ਆਕਾਰ ਨਹੀਂ, ਲੇਕਿਨ ਫਿਰ ਵੀ ਇਹ ਸਾਰੇ ਆਕਾਰਾਂ ਵਿੱਚ ਉਹਦੀ ਜੋਤ ਬਿਰਾਜਮਾਨ ਹੈ। ਇਹ ਬੜੀ ਅਚਰਜ ਖੇਡ ਹੈ। ਫਿਰ ਪਹਿਲੇ ਬੰਦ ਵਿੱਚ ਬਖਸ਼ਿਸ਼ ਕਰਦੇ ਨੇ, ਮਲੈ ਨਾ ਲਾਛੈ ਪਾਰ ਮਲੋ ਪਰ ਮਲਿਓ ਬੈਠੋ ਰੀ ਆਈ। ਪਰਮੇਸ਼ਰ ਔਰ ਗੁਰੂ ਐਸੀਆਂ ਸਰਵਮਾਨ ਸ਼ਕਤੀਆਂ ਨੇ, ਹਸਤੀਆਂ ਨੇ, ਜਿਨ੍ਹਾਂ ਨੂੰ ਮਾਇਆ ਦੇ ਤ੍ਰੈ ਗੁਣਾਂ ਦੀ ਮੈਲ ਨਹੀਂ ਲੱਗਦੀ। ਮਲੈ ਨਾ ਲਾਛੈ, ਮੈਲ ਨਹੀਂ ਲੱਗਦੀ। ਪਾਰ ਮਲੋ, ਮੈਲ ਤੋਂ ਰਹਿਤ ਨੇ। ਪਰ ਮਲਿਓ ਬੈਠੋ ਰੀ ਆਈ, ਤੇ ਉਹ ਗੁਣਾਂ ਦਾ ਖਜ਼ਾਨਾ, ਗੁਣ ਨਿਧਾਨ, ਬੇਅੰਤ ਗੁਣਾਂ ਦੀ ਸੁਗੰਧੀ ਦਾ ਮੁਜੱਸਮਾ ਮਾਨੋ, ਉਹ ਸਾਰਿਆਂ ਵਿੱਚ ਬੈਠਾ ਹੈ, ਸਾਰਿਆਂ ਤੋਂ ਵੱਖ ਵੀ ਹੈ ਤੇ ਸਾਰਿਆਂ ਵਿੱਚ ਟਿਕਿਆ ਵੀ ਹੈ। ਆਪਣੇ ਸਾਰੇ ਜਗਤ ਦੇ ਪਸਾਰੇ ਵਿੱਚ ਉਹ ਬਿਰਾਜਮਾਨ ਹੈ। ਆਵਤ ਕਿਨੈ ਨਾ ਪੇਖਿਓ ਕਵਨੈ ਜਾਣੈ ਰੀ ਬਾਈ। ਕੋਈ ਜੀਵ, ਕੋਈ ਹਸਤੀ, ਕੋਈ ਮਹਾਪੁਰਸ਼, ਕੋਈ ਸਿਆਣਾ, ਕੋਈ ਚਿੰਤਕ, ਕੋਈ ਵਿਦਵਾਨ, ਕੋਈ ਰਿੱਧੀਆਂ ਸਿੱਧੀਆਂ ਦਾ ਮਾਲਕ, ਕੋਈ ਵੀ ਕਿੰਨਾ ਸਿਆਣਾ, ਕਿੰਨੀ ਕਰਨੀ ਵਾਲਾ ਆਪਣੇ ਆਪ ਨੂੰ ਆਖੇ, ਉਹ ਮਾਲਕ ਨੇ ਆ ਸਾਰਾ ਇੱਕ ਤੋਂ ਅਨੇਕ ਜਿਹੜਾ ਪਸਾਰਾ ਹੈ ਕਰਕੇ ਇਸ ਸਾਰੇ ਪਸਾਰੇ ਦੀ ਖੇਡ ਵਿੱਚ ਆਪ ਰਮਿਆ। ਕਹਿੰਦੇ ਕਿਸੇ ਨੇ ਉਹਨੂੰ ਆਉਂਦਾ ਨਹੀਂ ਦੇਖਿਆ ਇਸ ਸੰਸਾਰ ਵਿੱਚ, ਨਾ ਕਿਸੇ ਨੂੰ ਉਹਦੇ ਜਾਣ ਦਾ ਪਤਾ, ਕਿਉਂਕਿ ਉਹ ਜਨਮ ਔਰ ਮਰਨ ਤੋਂ ਰਹਿਤ ਹੈ। ਜੀਵਾਂ ਵਾਂਗ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੈ। ਉਹ ਸਾਡੇ ਵਾਂਗ, ਜੀਵਾਂ ਵਾਂਗ ਆਕਾਰ ਵਾਲਾ ਨਹੀਂ, ਰੂਪ ਨਾ ਰੇਖ ਨਾ ਰੰਗ, ਕਿਛ ਤ੍ਰੈ ਗੁਣ ਤੇ ਪ੍ਰਾਪਨ। ਮਾਇਆ ਦੇ ਤਿੰਨ ਗੁਣਾਂ ਤੋਂ ਔਰ ਸਰੀਰ ਨਾਲ ਜੁੜੀਆਂ ਸਾਰੀਆਂ ਜੋ ਵੀ ਕਿਰਿਆਵਾਂ ਨੇ, ਜੋ ਵੀ ਅਲਾਮਤਾਂ ਨੇ, ਉਹਨਾਂ ਤੋਂ ਮੁਕਤ ਹੈ। ਰੀ ਬਾਈ ਹੈ ਭੈਣ, ਸਤਸੰਗੀ ਭੈਣ। ਜਿਵੇਂ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਸਤਸੰਗੀਆਂ ਨੂੰ ਬਹੁਤ ਥਾਵਾਂ ਤੇ ਬਹੁਤ ਪਿਆਰ ਵਾਲੇ ਬਚਨਾਂ ਨਾਲ ਮੁਖਾਤਬ ਕੀਤਾ। ਕਿਤੇ ਭਾਈ ਰੇ ਰਾਮ ਕਹੋ ਚਿਤ ਲਾਏ, ਕਿਤੇ ਆਵੋ ਭੈਣੇ ਗਲ ਮਿਲੇ। ਸੋ ਇੱਥੇ ਵੀ ਹੈ ਸਤਸੰਗੀ ਭੈਣ, ਉਸ ਮਾਲਕ ਨੂੰ ਕਿਸੇ ਨੇ ਪੇਖਿਓ ਆਉਂਦਾ ਇੱਥੇ ਦੇਖਿਆ ਨਹੀਂ ਜਗਤ ਤੇ, ਨਾ ਇੱਥੋਂ ਜਾਂਦਾ ਦੇਖਿਆ। ਭਾਵੋ ਜਨਮ ਮਰਨ ਤੋਂ ਰਹਿਤ ਹੈ। ਕੌਣ ਕਹੈ ਕਿਨ ਬੂਝੀਐ ਰਮਈਆ ਆਕੁਲ ਦੀ ਬਾਈ। ਕਿਹੜਾ ਉਹਦੇ ਗੁਣਾਂ ਨੂੰ ਬਿਆਨ ਕਰ ਸਕਦਾ, ਕਿਹੜਾ ਉਹਦੇ ਮੁਕੰਮਲ ਸਰੂਪ ਨੂੰ, ਉਹਦੇ ਪਸਾਰੇ ਨੂੰ, ਉਹਦੀ ਰਚਨਾ ਨੂੰ, ਖੇਡ ਨੂੰ ਬੁੱਝ ਸਕਦਾ, ਜਾਣ ਸਕਦਾ। ਉਹ ਸਾਰਿਆਂ ਵਿੱਚ ਰਮਿਆ ਹੋਇਆ, ਮਾਤਾ ਪਿਤਾ ਕੁਲ ਤੋਂ ਰਹਿਤ, ਲੇਕਿਨ ਸਾਰਿਆਂ ਵਿੱਚ ਰਮਿਆ ਹੋਇਆ, ਵਸਿਆ ਹੋਇਆ। ਇਹ ਸਤਸੰਗੀ ਭੈਣ। ਜੋ ਆਕਾਸ਼ੈ ਪੰਖੀਅਲੋ ਖੋਜ ਨਿਰਖਿਓ ਨਾ ਜਾਏ। ਕਹਿੰਦੇ ਜਿਵੇਂ ਆਕਾਸ਼ ਵਿੱਚ ਪੰਖੀ ਉਡਾਰੀਆਂ ਮਾਰਦੇ ਨੇ, ਬੇਅੰਤ ਪੰਖੀ ਉੱਡਦੇ ਨੇ। ਕੋਈ ਕਿਸੇ ਉਚਾਈ ਤੱਕ ਉੱਡਣ ਦੀ ਸਮਰੱਥਾ ਨਿਰੰਕਾਰ ਨੇ ਕਿਸੇ ਨੂੰ ਬਖਸ਼ੀ ਹੈ, ਕਿਸੇ ਨੂੰ ਕਿਸੇ ਉਚਾਈ ਤੱਕ ਉੱਡਣ ਦੀ ਸਮਰੱਥਾ ਬਖਸ਼ੀ ਹੈ, ਕਿਸੇ ਨੂੰ ਕੁਝ ਪਲ ਛਿਨ ਵਿੱਚ ਉੱਡਣ ਦੀ ਸਮਰੱਥਾ ਹੈ, ਕਈਆਂ ਨੂੰ ਘੰਟਿਆਂ ਬੱਧੀ, ਹਫ਼ਤਿਆਂ ਬੱਧੀ ਵੀ ਉੱਡਣ ਦੀ ਸਮਰੱਥਾ ਉਸ ਮਾਲਕ ਨੇ ਬਖਸ਼ੀ ਹੈ। ਕਹਿੰਦੇ ਜਿਵੇਂ ਆਕਾਸ਼ ਵਿੱਚ ਪੰਖੀ ਉੱਡਦੇ ਨੇ, ਉਹਨਾਂ ਦਾ ਜਿਹੜਾ ਆਕਾਸ਼ ਵਿੱਚ ਵਿਚਰਨ ਦਾ ਰਸਤਾ ਹੈ, ਕਹਿੰਦੇ ਉਹਦਾ ਕੋਈ ਖੋਜ ਖੁਰਾ ਲੱਭ ਨਹੀਂ ਸਕਦਾ ਕਿ ਆ ਪੰਖੀ ਆ ਦਰਖਤ ਤੋਂ ਆਪਣੇ ਆਲਣੇ ਤੋਂ ਉੱਡਿਆ, ਆਕਾਸ਼ ਵਿੱਚ ਵੱਖ-ਵੱਖ ਦਿਸ਼ਾਵਾਂ ਵਿੱਚ ਉੱਡਿਆ, ਦਾਣਾ ਚੁਗਣ ਲਈ ਜਾਂ ਆਪਣਾ ਦਿਨ ਦਾ ਸਫ਼ਰ ਪੂਰਾ ਕਰਨ ਲਈ, ਦਿਨ ਦੇ ਕਰਤੱਵ ਪੂਰੇ ਕਰਨ ਲਈ। ਕਹਿੰਦੇ ਉਹਦੇ ਉੱਡਣ ਤੋਂ ਵਾਪਸੀ ਆਉਣ ਤੱਕ ਦਾ ਉਹ ਕਿਹੜੇ ਰਾਹ ਤੇ ਗਿਆ, ਕਿਹੜੀ ਦਿਸ਼ਾ ਵੱਲ ਨੂੰ ਉੱਤੇ ਗਿਆ, ਥੱਲੇ ਗਿਆ, ਖੱਬੇ ਗਿਆ, ਸੱਜੇ ਗਿਆ, ਉਹਦਾ ਜਿਹੜਾ ਉਹ ਰਸਤਾ ਹੈ ਉਹ ਟਰੈਕ ਨਹੀਂ ਕੀਤਾ ਜਾ ਸਕਦਾ, ਖੋਜਿਆ ਨਹੀਂ ਜਾ ਸਕਦਾ, ਉਹਨੂੰ ਜਾਣਿਆ, ਮਾਣਿਆ, ਮਿਣਿਆ ਨਹੀਂ ਜਾ ਸਕਦਾ। ਖੋਜ ਨਿਰਖਿਓ ਨਾ ਜਾਈ, ਜਿਉਂ ਜਲ ਮਾਝੈ ਮਾਛਲੋ ਮਾਰਗ ਪੇਖਣੋ ਨਾ ਜਾਈ।
ਔਰ ਜਿਵੇਂ ਜਲ ਵਿੱਚ ਮਛਲੀ ਇਤਿਆਦਿਕ ਬੇਅੰਤ ਪਾਣੀ ਦੇ ਜੀਵ ਵਿਚਰਦੇ ਨੇ ਔਰ ਪਾਣੀ ਵਿੱਚ ਉਹ ਭ੍ਰਮਣ ਕਰਦੇ ਨੇ, ਕਦੇ ਚੁੱਭੀਆਂ ਲਾਉਂਦੇ ਨੇ, ਕਦੇ ਬਾਹਰ ਆਉਂਦੇ ਨੇ, ਕਦੇ ਕਿਸੇ ਦਿਸ਼ਾ ਵੱਲ, ਕਦੇ ਕਿਸੇ ਪਾਸੇ, ਕਿਸੇ ਡੂੰਘਾਈ ਵੱਲ ਨੂੰ। ਉਹ ਉੱਥੇ ਆਪਣਾ ਜੀਵਨ ਬਸਰ ਕਰਦੇ, ਕਈ ਤਰ੍ਹਾਂ ਦੀਆਂ ਪਾਣੀ ਵਿੱਚ ਕਰਤਬ ਕਲੋਲਾਂ ਕਰਦੇ ਨੇ। ਕਹਿੰਦੇ ਉਹਨਾਂ ਦਾ ਉਹ ਸਾਰਾ ਰਸਤਾ ਜਿਸ ਪਾਸੇ ਉਹ ਜਾਂਦੇ ਨੇ, ਜਿਵੇਂ ਜਾਂਦੇ ਨੇ, ਜਿਵੇਂ ਉੱਚਾ ਨੀਵਾਂ ਖੱਬੇ ਸੱਜੇ ਉਹ ਵਿਚਰਦੇ ਨੇ। ਕਹਿੰਦੇ ਜਿਵੇਂ ਉਸ ਰਾਹ ਨੂੰ ਵੀ ਪਛਾਣ ਕੇ ਮਿਣਿਆ ਗਿਣਿਆ ਨਹੀਂ ਜਾ ਸਕਦਾ, ਕਿੱਧਰ ਨੂੰ ਗਏ, ਕਿਵੇਂ ਗਏ, ਉਹਨੂੰ ਰੇਖਾਂਕਿਤ ਕੀਤਾ ਨਹੀਂ ਜਾ ਸਕਦਾ, ਟਰੈਕ ਨਹੀਂ ਕੀਤਾ ਜਾ ਸਕਦਾ। ਜਿਉ ਆਕਾਸ਼ੇ ਕੁੜੂਲੋ ਮ੍ਰਿਗ ਤ੍ਰਿਸ਼ਨਾ ਭਰਿਆ। ਕਹਿੰਦੇ ਜਿਵੇਂ ਆਕਾਸ਼ ਵਿੱਚ ਗੁਰੂ ਪਾਤਸ਼ਾਹ ਨੇ ਹਰਚੰਦੋਰੀ ਦਾ ਜ਼ਿਕਰ ਕੀਤਾ ਔਰ ਮ੍ਰਿਗ ਤ੍ਰਿਸ਼ਨਾ ਦਾ ਵੀ ਜ਼ਿਕਰ ਕੀਤਾ ਬਾਣੀ ਵਿੱਚ। ਤੇ ਜਿਵੇਂ ਮ੍ਰਿਗ ਜਿਹੜਾ ਪਿਆਸਾ ਹੁੰਦਾ ਹੈ, ਉਹ ਪਾਣੀ ਦੀ ਭਾਲ ਵਿੱਚ ਜਿੱਥੇ ਵੀ ਉਹਨੂੰ ਮਾੜੀ ਜੀ ਕੋਈ ਚਮਕਦਾਰ ਵਸਤੂ ਦਿਸਦੀ ਹੈ, ਦੂਰੋਂ ਸਮਝਦਾ ਪਾਣੀ ਹੈ, ਉਧਰ ਨੂੰ ਭੱਜਿਆ ਜਾਂਦਾ, ਕੋਲ ਜਾ ਕੇ ਦੇਖਦਾ ਪਾਣੀ ਨਹੀਂ ਹੁੰਦਾ। ਕਹਿੰਦੇ ਇਸ ਤਰ੍ਹਾਂ ਹੀ ਆਕਾਸ਼ ਦੇ ਵਿੱਚ ਵੀ ਉਹ ਹਰਚੰਦੌਰੀ ਵੀ ਐਸਾ ਇੱਕ ਮਨੋਕਲਪਿਤ ਲੱਗਦਾ ਵੀ ਬਹੁਤ ਵੱਡਾ ਮਹਿਲ ਹੈ, ਬੜਾ ਅਡੰਬਰ ਭਰਿਆ ਅਸਥਾਨ ਹੈ। ਕਹਿੰਦੇ ਇਸ ਤਰ੍ਹਾਂ ਮ੍ਰਿਗ ਤ੍ਰਿਸ਼ਨਾ ਵਾਂਗ ਆਕਾਸ਼ ਦੇ ਥੱਲੇ ਜਿਵੇਂ ਮ੍ਰਿਗ ਪਾਣੀ ਵੱਲ ਨੂੰ ਭੱਜਦਾ ਪਰ ਉਹਦੇ ਹੱਥ ਕੁਛ ਨਹੀਂ ਆਉਂਦਾ। ਕਹਿੰਦੇ ਇਸ ਤਰ੍ਹਾਂ ਹੀ ਜੀਵ ਵੀ ਬਥੇਰੇ ਉਹਨੂੰ ਲੱਭਣ ਦਾ ਯਤਨ ਕਰਦੇ ਨੇ, ਉਹ ਸੋਚਦੇ ਨੇ ਆਹ ਰੱਬ ਹੈ, ਇੱਥੋਂ ਰੱਬ ਮਿਲ ਜਾਏਗਾ, ਇਹਦੇ ਚ ਪਰਮੇਸ਼ਰ ਹੈ, ਪਰ ਉਹਨੂੰ ਪੂਰੇ ਗੁਰੂ ਤੋਂ ਬਿਨਾਂ ਉਹ ਜਾਣ ਪਛਾਣ ਬੁੱਝ ਨਹੀਂ ਸਕਦੇ। ਨਾਮੇ ਚ ਸੁਆਮੀ ਬੀਠਲੋ ਜਿਨ ਤੀਨੇ ਜਰਿਆ। ਕਹਿੰਦੇ ਨਾਮਦੇਵ ਨੂੰ ਤਾਂ ਉਸ ਜਗਤ ਦਾ ਸੁਆਮੀ ਬੀਠਲ ਮਿਲ ਗਿਆ ਗੁਰੂ ਦੀ ਕਿਰਪਾ ਨਾਲ, ਜਿਹਦੀ ਰਹਿਮਤ ਬਖਸ਼ਿਸ਼ ਸਦਕਾ ਉਹ ਮਾਲਕ ਮੈਨੂੰ ਆਪਣੇ ਹਿਰਦੇ ਵਿੱਚ ਨਿਵਾਸ ਕਰਦਾ ਹੀ ਦੀਦਾਰ ਹੋ ਗਏ, ਮਹਿਸੂਸ ਹੋ ਗਿਆ, ਅਨੁਭਵ ਹੋ ਗਿਆ। ਔਰ ਉਹ ਜਿਹੜੇ ਮਾਇਆ ਦੇ ਤਿੰਨ ਰੰਗ ਤਮਾਸ਼ਿਆਂ ਵਿੱਚ ਜਾਂ ਤਿੰਨ ਤਾਪਾਂ ਦਾ ਵੀ ਜ਼ਿਕਰ ਵਿਚਾਰਵਾਨਾਂ ਨੇ ਕੀਤਾ ਕਿ ਉਹ ਮਾਇਆ ਦੇ ਤਿੰਨ ਗੁਣ ਕਹਿ ਲੋ, ਔਗਣ ਕਹਿ ਲੋ, ਜਿਨ੍ਹਾਂ ਵਿੱਚ ਸੰਸਾਰ ਗ੍ਰਸਿਆ ਹੋਇਆ ਉਸ ਮਾਲਕ ਤੋਂ ਅਵਿੱਤ ਬਣਾਈ ਰੱਖਦਾ ਹੈ। ਕਹਿੰਦੇ ਉਹ ਗੁਰੂ ਦੀ ਕਿਰਪਾ ਨਾਲ, ਪਰਮੇਸ਼ਰ ਦੀ ਕਿਰਪਾ ਨਾਲ ਮੈਨੂੰ ਉਹ ਮਾਲਕ ਮਿਲ ਗਿਆ, ਕਿਉਂਕਿ ਉਹ ਮੇਰੇ ਤਿੰਨੋਂ ਜਿਹੜੇ ਮਾਇਆ ਦੇ ਗੁਣਾਂ ਦੀਆਂ ਫਾਹੀਆਂ ਸਨ ਉਹ ਕੱਟ ਦਿੱਤੀਆਂ। ਔਰ ਉਹ ਤਿੰਨੋਂ ਤਾਪ ਬਾਣੀ ਵਿੱਚ ਵੀ ਜ਼ਿਕਰ ਆਉਂਦਾ, ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ। ਕਹਿੰਦੇ ਉਹਨਾਂ ਤੋਂ ਹੀ ਮੇਰਾ ਛੁਟਕਾਰਾ ਕਰਾਤਾ, ਭਾਵ ਮਾਇਆ ਦੀਆਂ ਫਾਹੀਆਂ ਤੋਂ, ਮਾਇਆ ਦੇ ਜੰਜਾਲਾਂ ਤੋਂ ਮੈਨੂੰ ਉਸ ਮਾਲਕ ਦੇ ਸਿਮਰਨ ਨੇ, ਬੰਦਗੀ ਨੇ ਜੋ ਮੈਨੂੰ ਪੂਰੇ ਗੁਰੂ ਰਾਹੀਂ ਪ੍ਰਾਪਤ ਹੋਈ। ਮੇਰੇ ਜਿਹੜੇ ਭਰਮ ਭੁਲੇਖੇ ਸੀ ਜਿਨ੍ਹਾਂ ਵਿੱਚ ਫਸਿਆ ਹੋਇਆ ਜੀਵ ਸੰਸਾਰ 'ਚ ਮਾਲਕ ਨੂੰ ਵੱਖ-ਵੱਖ ਥਾਵਾਂ ਤੇ, ਕੋਈ ਜੰਗਲਾਂ 'ਚ, ਕੋਈ ਗੁਫਾਵਾਂ ਵਿੱਚ, ਕੋਈ ਪਰਬਤਾਂ ਵਿੱਚ, ਕੋਈ ਜਾਪ ਤਾਪ ਨੇਮ ਸੁਚ ਸੰਜਮਾਂ 'ਚ ਲੱਭਦਾ ਫਿਰਦਾ। ਕਹਿੰਦੇ ਉਹ ਮੇਰੇ ਸਾਰੇ ਭਰਮ ਭੁਲੇਖੇ ਦੁਵਿਧਾਵਾਂ ਸੰਸੇ ਉਹ ਦੂਰ ਹੋ ਗਏ, ਮੈਨੂੰ ਆਪਣੇ ਅੰਦਰ ਹੀ ਮਹਿਸੂਸ ਹੋ ਗਿਆ ਨਿਵਾਸ ਕਰਦਾ ਹੋਇਆ। ਸਾਹਿਬਾਂ ਨੇ ਬਾਣੀ ਵਿੱਚ ਬਹੁਤ ਸਾਰੇ ਬਚਨਾਂ ਵਿੱਚ ਇੱਕ ਤੇ ਸਾਨੂੰ ਇਹ ਗੱਲ ਬੜੇ ਸਪਸ਼ਟ ਤੌਰ ਤੇ ਸਮਝਾਈ ਹੈ, ਜੋ ਸੱਚ ਸਮਝਾਇਆ ਹੈ ਕਿ ਉਸ ਪਰਮੇਸ਼ਰ ਨੇ ਆ ਸਾਰੀ ਰਚਨਾ ਰਚੀ ਹੈ, ਕਿਸੇ ਦੇਵੀ ਦੇਵਤੇ ਨੇ ਉਹ ਰਚਨਾ ਨਹੀਂ ਰਚੀ। ਜਿਵੇਂ ਸਨਾਤਨ ਮੰਨਦਾ ਹੈ ਵੀ ਬ੍ਰਹਮਾ ਜੀ ਨੇ ਰਚਨਾ ਉਤਪਤੀ ਕੀਤੀ ਹੈ, ਵਿਸ਼ਨੂੰ ਜੀ ਪਾਲਣ ਕਰਦੇ ਨੇ, ਸ਼ਿਵ ਜੀ ਸ਼ਿੰਗਾਰ ਕਰਦੇ ਨੇ। ਸਾਹਿਬਾਂ ਨੇ ਬਾਣੀ ਵਿੱਚ ਬਹੁਤ ਸਾਰੇ ਪਾਵਨ ਬਚਨਾਂ 'ਚ ਇੱਕ ਤਾਂ ਆ ਦੁਬਿਧਾ ਦੂਰ ਕਰ ਦਿੱਤੀ ਕਿ ਉਹ ਮਾਲਕ ਹੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ, ਤੂੰ ਜਾਣੋ ਹੀ ਸਭ ਸੇਧੇ ਲੈਸੈ, ਜਿੰਦ ਕਵਾਓ ਕਰ ਆਸਣ ਡਿਠੋ ਚਾਓ। ਉਹ ਮਾਲਕ ਨੇ ਹੀ ਆਪ ਹੀ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ, ਨਾਨਕਾ ਆਪੇ ਹੀ ਹਿਰਦਾ। ਉਹ ਆਪ ਹੀ ਜਦੋਂ ਆਪਣੇ ਨਿਰਗੁਣ ਸਰੂਪ ਤੋਂ ਆਕਾਰ ਬਣਾ ਕੇ ਸਰਗੁਣ ਸਰੂਪ ਦੇ ਵਿੱਚ ਪਾਸਾਰਾ ਕਰਦਾ ਹੈ,
ਉਹਦੀ ਆਪਣੀ ਮੌਜ ਹੁੰਦੀ ਹੈ, ਆਪਣੀ ਮਰਜ਼ੀ ਹੁੰਦੀ ਹੈ, ਨਾ ਉਹਨੂੰ ਕਿਸੇ ਦੀ ਸਲਾਹ ਲੈਣੀ ਪੈਂਦੀ ਹੈ, ਨਾ ਮਤਾ ਮਸਰਤ ਕਰਨਾ ਪੈਂਦਾ ਕਿਸੇ ਨਾਲ, ਨਾ ਕਿਸੇ ਦੀ ਅਸਿਸਟੈਂਸ ਦੀ ਜ਼ੋਰ ਹੁੰਦੀ ਹੈ। ਉਹ ਆਪ ਪੂਰਨ ਹੈ, ਪਰਿਪੂਰਨ ਹੈ, ਸਰਬ ਕਲਾ ਸਮਰੱਥ ਹੈ। ਜਦੋਂ ਚਾਹੇ, ਜਿੱਥੇ ਚਾਹੇ, ਜਿਵੇਂ ਚਾਹੇ, ਜਿਸ ਰਚਨਾ ਨੂੰ ਰਚਣਾ ਚਾਹੇ ਉਹ ਰਚ ਸਕਦਾ ਹੈ, ਜਿਸ ਰਚਨਾ ਨੂੰ ਮਿਟਾਉਣਾ ਚਾਹੇ ਮਿਟਾ ਸਕਦਾ ਹੈ। ਸੋ ਉਸ ਮਾਲਕ ਨੂੰ ਮਾਇਆ ਦੀ ਮੈਲ ਜਿਹੜੀ ਸਾਨੂੰ ਜੀਵਾਂ ਨੂੰ ਲੱਗਦੀ ਹੈ, ਦੇਵੀ ਦੇਵਤੇ ਵੀ ਉਸ ਤੋਂ ਮੁਕਤ ਨਹੀਂ ਹੈ, ਉਸ ਮੈਲ ਤੋਂ ਮੁਕਤ ਹੈ। ਆਪ ਮੁਕਤ ਕਰੇ ਸੰਸਾਰ। ਗੁਰੂ ਵੀ ਪਰਮੇਸ਼ਰ ਵੀ, ਦੇਵੀ ਦੇਵਤੇ ਵੀ ਉਸ ਤੋਂ ਮੁਕਤ ਨਹੀਂ ਹੈ, ਜੀਵ ਵੀ ਉਸ ਤੋਂ ਮੁਕਤ ਨਹੀਂ, ਲੇਕਿਨ ਗੁਰੂ ਪਰਮੇਸ਼ਰ ਉਸ ਮਾਇਆ ਦੇ 3 ਗੁਣਾਂ ਦੀ ਫਾਹੀ ਵਿੱਚ ਨਹੀਂ ਨੇ, ਉਸ ਦੀ ਮੈਲ ਤੋਂ ਉਹ ਅਛੂਤੇ ਨੇ। ਨਿਰੰਜਨ ਵੀ ਗੁਰੂ ਪਾਤਸ਼ਾਹ ਨੇ ਆਖਿਆ ਪਰਮੇਸ਼ਰ ਨੂੰ, ਨਿਰੰਜਨ ਜਿਹੜਾ ਮਾਇਆ ਤੋਂ ਨਿਰਲੇਪ ਹੈ, ਮਲੈ ਨਾ ਲਾਛੈ, ਉਸ ਨੂੰ ਮੈਲ ਨਹੀਂ ਲੱਗਦੀ। ਜਿਹੜੀ ਮਾਇਆ ਦੇ 3 ਗੁਣਾਂ ਤੋਂ ਉਤਪੰਨ ਹੋਣ ਵਾਲੀ ਮੈਲ ਹੈ, ਕਈ ਤਰ੍ਹਾਂ ਦੇ ਵਿਕਾਰ ਨੇ, ਕਹਿੰਦੇ ਉਸ ਮਾਲਕ ਨੂੰ ਨਹੀਂ ਛੂ ਵੀ ਨਹੀਂ ਸਕਦੇ। ਪਾਰ ਮਲੋ ਉਸ ਮਲ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ, ਔਗਣਾ ਤੋਂ ਰਹਿਤ ਹੈ। ਪਰ ਮਲਿਓ ਬੈਠੋ ਰੀ ਆਈ, ਇਹ ਸਾਰੇ ਸੰਸਾਰ ਦੀ ਉਤਪਤੀ ਕਰਕੇ, ਇਸ ਰਚਨਾ ਨੂੰ ਪਸਾਰੇ ਨੂੰ ਪਾਸਾਰ ਕੇ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਇਕੇਲਾ। ਉਹ ਗੁਣ ਨਿਧਾਨ, ਗੁਣਾਂ ਦਾ ਮੁਜੱਸਮਾ, ਗੁਣਾਂ ਦਾ ਖਜ਼ਾਨਾ, ਮਾਨੋ ਗੁਣਾ ਰੂਪੀ ਸੁਗੰਧੀ ਦਾ ਬਹੁਤ ਵੱਡਾ ਸਰੋਤ, ਉਹ ਸਾਰਿਆਂ ਵਿੱਚ ਬੈਠਾ ਆਪ ਬਿਰਾਜਮਾਨ ਹੈ, ਜੋਤ ਸਰੂਪ। ਗੁਣਾਂ ਨੂੰ ਗੁਰੂ ਪਾਤਸ਼ਾਹ ਨੇ ਖੁਸ਼ਬੂ ਨਾਲ ਵੀ ਕੰਪੇਅਰ ਕੀਤਾ, ਤਸਵੀਰ ਦਿੱਤੀ ਹੈ। ਆਪਾਂ ਬਚਨ ਪੜ੍ਹਦੇ ਹਾਂ ਵੀ ਕਬੀਰ ਪਾਰਸ ਚੰਦਨ ਹੈ, ਤਿਨ ਹੈ ਏਕ ਸੁਗੰਧ, ਤੇ ਮਿਲਤੇ ਉਤਮ ਪਏ ਲੋਹ ਕਾਠ ਨਿਰਗੰਧ। ਗੁਰੂ ਪਾਤਸ਼ਾਹ ਦੀ ਸੰਗਤ ਕਰਨਾ, ਉਹਨਾਂ ਦੀ ਸ਼ਰਨ ਜਾਣਾ, ਮਾਨੋ ਚੰਦਨ ਦੀ ਸੰਗਤ ਕਰਨਾ, ਜਿਹਦੀ ਸੰਗਤ ਨਾਲ ਗੁਣਾਂ ਤੋਂ ਸਖਣੇ ਮਨੁੱਖ ਵੀ, ਜੀਵ ਵੀ ਗੁਣਾਂ ਨਾਲ ਭਰਪੂਰ ਹੋ ਜਾਂਦੇ। ਜਿਵੇਂ ਇੱਕ ਸਧਾਰਨ ਲੱਕੜੀ ਚੰਦਨ ਦਾ ਸੰਗ ਕਰਕੇ ਉਹਦੇ ਵਿੱਚ ਖੁਸ਼ਬੂ ਪੈਦਾ ਹੋ ਜਾਂਦੀ ਹੈ, ਖੁਸ਼ਬੂਦਾਰ ਹੋ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਹੀ ਉਹ ਮਾਲਕ ਗੁਣਾਂ ਦਾ ਖਜ਼ਾਨਾ ਹੈ, ਮਾਨੋ ਗੁਣਾ ਰੂਪੀ ਸੁਗੰਧੀ, ਉਹ ਸਾਰੇ ਜਗਤ ਵਿੱਚ ਉਹਦਾ ਨਾਮ ਔਰ ਉਹਦੀ ਰਚਨਾ, ਉਹਦੀ ਹਸਤੀ ਉਹ ਵੰਡ ਰਹੇ ਨੇ ਉੱਥੇ, ਔਰ ਉਹਨਾਂ ਵਿੱਚ ਉਹ ਆਪ ਬਿਰਾਜਮਾਨ ਹੈ। ਆਵਤ ਕਿਨੈ ਨਾ ਪੇਖਿਓ, ਕਵਨੈ ਜਾਣੇ ਰੀ ਬਾਈ। ਉਸ ਮਾਲਕ ਨੂੰ ਜਿਵੇਂ ਸਾਹਿਬ ਬਾਣੀ ਚ ਬਚਨ ਬਖਸ਼ਿਸ਼ ਕਰਦੇ ਨੇ, ਪਿਤਾ ਕਾ ਜਨਮ ਕੇ ਜਾਣੈ ਪੂਤ। ਪੁੱਤਰ ਜਾਂ ਬੱਚੇ ਆਪਣੇ ਪਿਤਾ ਦੇ ਜਨਮ ਬਾਰੇ ਕਿਵੇਂ ਕੁਝ ਬਿਆਨ ਕਰ ਸਕਦੇ ਨੇ? ਉਹ ਸਮਾਂ ਕਿਹੜਾ ਸੀ, ਦਿਨ ਕਿਹੜੀ ਸੀ, ਵਾਰ ਕਿਹੜਾ ਸੀ, ਮੌਸਮ ਕਿਦਾਂ ਦਾ ਸੀ, ਕਿੱਥੇ ਹੋਇਆ, ਕਿਵੇਂ ਹੋਇਆ, ਇਹਦੇ ਬਾਰੇ ਕਹਿਣਾ ਇਲੌਜੀਕਲ ਜੀ ਗੱਲ ਲੱਗਦਾ ਹੈ। ਤੋ ਸਾਹਿਬਾਂ ਨੇ ਬਾਣੀ ਵਿੱਚ ਵੀ ਬਚਨ ਬਖਸ਼ਿਸ਼ ਕੀਤਾ ਵੀ ਬਹੁਤ ਸਾਰੇ ਵਿਦਵਾਨਾਂ ਨੇ, ਜਗਵਾਸੀਆਂ ਨੇ, ਮਹਾਪੁਰਸ਼ਾਂ ਨੇ, ਜਤੀਆਂ ਤਪੀਆਂ ਸਤੀਆਂ ਖੋਜੀਆਂ ਨੇ, ਉਸ ਮਾਲਕ ਨੇ ਕਿਵੇਂ ਰਚਨਾ ਰਚੀ, ਕਦੋਂ ਰਚੀ, ਕਿਵੇਂ ਰਚੀ, ਕਿੰਨੇ ਸਮੇਂ ਪਹਿਲਾਂ ਰਚੀ, ਆ ਬਹੁਤ ਸਾਰੀ ਖੋਜ ਛਾਣਬੀਣ ਚ ਲੱਗੇ ਨੇ, ਅੱਜ ਵੀ ਲੱਗੇ ਨੇ, ਪਹਿਲਾਂ ਵੀ ਲੱਗੇ ਸੀ, ਅੱਗੇ ਨੂੰ ਵੀ ਲੱਗੇ ਰਹਿਣਾ ਜੀਵਾਂ ਨੇ। ਤੇ ਸਾਹਿਬਾਂ ਨੇ ਨਿਰਣਾ ਬਖਸ਼ਿਸ਼ ਕਰ ਦਿੱਤਾ ਬਾਣੀ ਚ, ਕਮਣ ਸੁਵੇਲਾ ਵਕਤ ਕਮਣ, ਕਮਣ ਥਿਤ ਕਮਣ ਵਾਰ, ਕਮਣ ਸਿਰੁਤੀ ਮਹਾ ਕਮਣ ਜਿਤ ਹੋਆ ਆਕਾਰ। ਵੇਲ ਨਾ ਪਾਈਆਂ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਹਾ ਨਾ ਕੋਈ, ਜਾ ਕਰਤਾ ਸਿੱਠੀ ਕੋ ਸਾਜੈ, ਆਪੇ ਜਾਣੇ ਸੋ। ਕਹਿੰਦੇ ਜਿਹੜਾ ਨਿਰੰਕਾਰ ਮਾਲਿਕ ਇਹ ਸ੍ਰਿਸ਼ਟੀ ਦੀ, ਇਹ ਖੰਡਾਂ ਬ੍ਰਹਿਮੰਡਾਂ ਦੀ ਉਤਪਤੀ ਕਰਦਾ, ਰਚਨਾ ਕਰਦਾ, ਕਰਤਾ ਸਿਰਜਣਹਾਰ, ਉਹ ਆਪ ਹੀ ਜਾਣਦਾ ਉਹਨੇ ਕਦੋਂ ਕਿਵੇਂ ਆਪਾਂ ਸਾਰਾ ਬਣਾਇਆ, ਕਿਵੇਂ ਮਿਟਾਇਆ, ਕਿਹੜੇ ਕਿਹੜੇ ਜੀਵਾਂ ਨੂੰ ਪੈਦਾ ਕੀਤਾ, ਕਿਹੜਿਆਂ ਕਿਹੜਿਆਂ ਨੂੰ ਨਹੀਂ ਕੀਤਾ। ਔਰ ਐਸੇ ਪਸਾਰੇ ਉਸ ਮਾਲਿਕ ਨੇ, ਸਾਹਿਬਾ ਵੀ ਬਾਣੀ ਵਿੱਚ ਸਾਨੂੰ ਬਚਨ ਬਖਸ਼ਿਸ਼ ਕਰਕੇ ਸਮਝਾਉਂਦੇ ਨੇ, ਬਈ ਬੜੀ ਵਾਰ ਬਣਾਏ ਤੇ ਬੜੀ ਵਾਰ ਮਿਟਾਏ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਉਹ ਆਪ ਇੱਕੋ ਹੈ, ਇੱਕ ਸੀ, ਇੱਕ ਰਹੇਗਾ, ਲੇਕਿਨ ਆਪਣੇ ਪਸਾਰੇ ਇਹੋ ਜਿਹੇ ਉਹਨੇ ਬੜੀ ਵਾਰ ਬਣਾਏ ਮਿਟਾਏ। ਸੋ ਮਨੁੱਖ ਦੀ ਜਾਂ ਕਿਸੇ ਜੀਵ ਦੀ ਇਹ ਪਾਇਆ ਨਹੀਂ, ਇਹ ਸਮਰੱਥਾ ਨਹੀਂ, ਇਹ ਬੁੱਧੀ ਨਹੀਂ, ਇਹ ਤਾਕਤ, ਬਲ ਨਹੀਂ, ਹਸਤੀ ਨਹੀਂ,
ਕਿ ਉਹ ਮਾਲਿਕ ਦੀ ਇਸ ਖੇਡ ਨੂੰ, ਕਿ ਉਹ ਕਦੋਂ ਕਿਵੇਂ ਇਹ ਸਿਰਜਣਾ ਕਰਦਾ ਹੈ, ਕਦੋਂ ਮਿਟਾ ਦਿੰਦਾ ਹੈ, ਕਿੰਨੀ ਦੇਰ ਪਹਿਲੀ ਵਾਰ ਕਦੋਂ ਸਿਰਜਣਾ ਕੀਤੀ ਸੀ। ਕਹਿੰਦੇ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਜਾਂ ਜਾਣ ਲੈਣਾ ਮਨੁੱਖ ਦੀ ਬੁੱਧੀ ਦੀ ਸਮਰੱਥਾ ਤੋਂ ਪਰੇ ਹੈ। ਆਵਤ ਕਿਨੇ ਨਾ ਪੇਖਿਓ, ਕਿਉਂਕਿ ਉਹ ਸਰੀਰ ਰੂਪ ਕਰਕੇ ਨਹੀਂ ਆਇਆ, ਉਹ ਨਿਰਾਕਾਰ ਮੌਜੂਦ ਹੈ ਸਾਰਿਆਂ ਵਿੱਚ, ਉਹਨੂੰ ਕਿਸੇ ਨੇ ਦੇਖਿਆ ਨਹੀਂ। ਦੇਖਾਂਗੇ ਤਾਂ ਨਾ ਉਹਦਾ ਕੋਈ ਆਕਾਰ ਹੋਏਗਾ, ਵੀ ਕਿਸੇ ਨੇ ਦੇਖਿਆ ਜੀ ਆਕਾਸ਼ ਵਿੱਚੋਂ ਪ੍ਰਗਟ ਹੋਇਆ ਜੀ, ਜਾਂ ਫਿਰ ਇੱਥੋਂ ਚਲਾ ਗਿਆ ਜੀ ਆਕਾਸ਼ ਵੱਲ ਨੂੰ। ਸੋ ਉਹਨੂੰ ਕਿਸੇ ਨੇ ਇਸ ਜਗਤ ਵਿੱਚ ਰਚਨਾ ਬਣਾਉਂਦੇ ਜਾਂ ਵਿਚਰਦੇ ਜਾਂ ਪ੍ਰਗਟ ਹੁੰਦੇ ਨਹੀਂ ਦੇਖਿਆ। ਨਾ ਉਸ ਮਾਲਕ ਨੂੰ, ਨਿਰੰਕਾਰ ਨੂੰ ਕਿਸੇ ਨੇ ਇੱਥੋਂ ਜਾਂਦਿਆਂ ਨਹੀਂ ਦੇਖਿਆ ਕਿ ਉਹ ਆਪਣਾ ਸਾਰਾ ਪਸਾਰਾ ਸਮੇਟ ਕੇ ਰਚਨਾ ਤਮਾਸ਼ੇ ਨੂੰ, ਜਗਤ ਦੇ ਤਮਾਸ਼ੇ ਨੂੰ ਸੰਕੋਚ ਕੇ ਇੱਥੋਂ ਜਾ ਰਿਹਾ। ਕਵਨੇ ਜਾਣੇ ਰੀ ਬਾਈ, ਕੌਣ ਨਹੀਂ ਜਾਣਦਾ, ਕੋਈ ਵੀ ਇਹਦੇ ਬਾਰੇ ਜਾਣਦਾ ਨਹੀਂ। ਆਪਾਂ ਸਵੀਆਂ ਵਿੱਚ ਬਚਨ ਪੜ੍ਹਦੇ ਹਾਂ, ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦ ਕਾ, ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ। ਕਹਿੰਦੇ ਲੋਕੀ ਇੱਕ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਪਿੱਛੇ ਬੋਰੇ ਹੋਏ ਫਿਰਦੇ ਨੇ, ਇਹੋ ਜਿਹੇ ਉਹਨੇ ਅਣਗਿਣਤ ਵਾਰੀ ਸਿਰਜੇ ਨੇ, ਅਣਗਿਣਤ ਵਾਰੀ ਮਿਟਾਏ। ਬ੍ਰਹਮਾ ਵਿਸ਼ਨ ਸਿਰੇ ਤੈ ਅਗਨਤ, ਤਿਨ ਕੋ ਮੋਹ ਭਇਆ ਮਨ ਮਦ ਕਾ। ਲੇਕਿਨ ਉਹ ਇਸ ਮੋਹ ਦੇ ਵਿੱਚ, ਇਸ ਮਾਣ ਹੰਕਾਰ ਵਿੱਚ ਹੀ ਫਸੇ ਰਹੇ ਕਿ ਅਸੀਂ ਹੀ ਕਰਤੇ ਹਾਂ, ਅਸੀਂ ਸਿਰਜਣਹਾਰ ਹਾਂ, ਅਸੀਂ ਬਣਾਉਣ ਵਾਲੇ, ਅਸੀਂ ਪਾਲਣਹਾਰੇ, ਅਸੀਂ ਸਮੇਟਣ ਵਾਲੇ ਸੰਸਾਰ। 84 ਲੱਖ ਜੋਨ ਉਪਾਈ, ਰਿਜ਼ਕ ਦਿਆ ਸਭੂ ਕੋ ਦਿੱਤਾ। ਜਿੰਨੇ ਵੀ ਜੀਵ ਉਸ ਮਾਲਿਕ ਨੇ ਆਪਣੇ ਹੁਕਮ ਵਿੱਚ ਸਿਰਜੇ ਨੇ, ਉਹ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਵੀ ਉਹ ਆਪ ਹੈ। ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਉਹ ਸਦਾ ਸੀ, ਹਰ ਯੁੱਗ ਵਿੱਚ ਸੀ, ਹਰ ਯੁੱਗ ਵਿੱਚ ਹੈ, ਰਹੇਗਾ ਹਮੇਸ਼ਾ। ਉਤਰੈ ਕਾਲ ਸੱਚ ਹੈ, ਬਿਨ ਸੰਹਾਰ ਨਹੀਂ ਅਬਿਨਾਸ਼ੀ ਹੈ। ਕਹਿੰਦੇ ਉਹਦੇ ਬਾਰੇ ਮਨੁੱਖ ਦੀ ਸਮਰੱਥਾ ਨਹੀਂ, ਕਿਸੇ ਵਿਦਵਾਨ ਚਿੰਤਕ ਦੀ ਸਮਰੱਥਾ ਨਹੀਂ, ਕਿਸੇ ਸੋ ਕਾਲਡ ਮਹਾਂਪੁਰਸ਼ ਬਾਬੇ ਰਿਸ਼ੀ ਮੁਨੀ ਦੀ ਸਮਰੱਥਾ ਨਹੀਂ ਕਿ ਉਹਦੇ ਬਾਰੇ ਕੋਈ ਐਸੀ ਗੱਲ ਦੱਸ ਸਕੇ ਵੀ ਹਾਂ ਉਹ ਮਾਲਕ ਨਹੀਂ ਇਦੋਂ ਪ੍ਰਗਟ ਹੋਇਆ ਸੀ, ਐਵੇਂ ਪ੍ਰਗਟ ਹੋਇਆ ਸੀ ਤੇ ਐਵੇਂ ਇੱਥੋਂ ਗਿਆ ਸੀ। ਉਹਦੇ ਬਾਰੇ ਜਾਣ ਬੁੱਝ ਨਹੀਂ ਸਕਦਾ ਕੋਈ। ਕੌਣ ਕਹੈ ਕਿਨ ਬੂਝੀਐ, ਰਮਈਆ ਆਕੁਲ ਦੀ ਬਾਈ। ਸਾਹਿਬਾਂ ਨੇ ਬਚਨ ਬਖਸ਼ਿਸ਼ ਕੀਤੇ ਨੇ ਵੀ ਉਹ ਸਾਰਿਆਂ ਵਿੱਚ ਹੈ, ਨਿੱਕੇ ਤੋਂ ਨਿੱਕੇ ਜੀਵ ਵਿੱਚ ਵੀ ਹੈ, ਵੱਡੇ ਤੋਂ ਵੱਡੇ ਆਕਾਰ ਵਾਲੇ ਜੀਵ ਵਿੱਚ ਹੈ। ਕਲਮਾਟੀ, ਕੁੰਚਰ ਚੀਂਟੀ, ਕੁੰਚਰ ਹਾਥੀ ਨੂੰ ਕਿੱਡਾ ਵੱਡਾ ਆਕਾਰ ਹੈ, ਚੀਂਟੀ ਕੀੜੀ ਜਿਹੜਾ ਬਹੁਤ ਨਿੱਕਾ ਜਿਹਾ ਆਕਾਰ ਵਾਲਾ ਜੀਵ ਹੈ। ਕਹਿੰਦੇ ਉਹ ਸਾਰਿਆਂ ਵਿੱਚ ਵਸਿਆ ਹੋਇਆ, ਸਾਰਿਆਂ 'ਚ ਉਹਦੀ ਜੋਤ ਸਮਾਨ ਰੂਪ 'ਚ ਵਿਚਰਦੀ ਹੈ। ਔਰ ਉਹ ਇੱਕੋ ਹੀ ਤੱਤਾਂ ਦੇ, 5 ਤੱਤਾਂ ਦੇ ਸਰੀਰ ਉਹਨਾਂ ਦੇ ਬਣੇ ਹੋਏ ਨੇ। ਏਕਲ ਮਾਟੀ ਕੁੰਚਰ ਚੀਂਟੀ, ਭਾਜਨ ਹੈ ਬਹੁ ਨਾਨਾ ਰੇ। ਭਾਜਨ ਭਾਵ ਬਰਤਨ, ਭਾਂਡੇ। ਕਹਿੰਦੇ ਮਾਨਵਾ ਸਰੀਰ ਰੂਪੀ ਨਾਨਾ ਪ੍ਰਕਾਰ ਦੇ ਵੱਖ-ਵੱਖ ਕਿਸਮਾਂ, ਆਕਾਰਾਂ, ਰੂਪਾਂ, ਰੰਗਾਂ ਵਾਲੇ ਉਸਨੇ ਇੱਕ ਮਿੱਟੀ ਤੋਂ, ਇਹਨਾਂ 5 ਤੱਤਾਂ ਤੋਂ ਬੇਅੰਤ ਸਿਰਜੇ ਨੇ, ਬੇਅੰਤ ਭਾਂਤ-ਭਾਂਤ ਦੇ ਸਿਰਜੇ ਨੇ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਿਰਜਣਹਾਰ ਹੈ। ਭਾਜਨ ਹੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ। ਉਹ ਸਾਰਿਆਂ ਵਿੱਚ ਰਮਿਆ ਹੋਇਆ, ਸਾਰਿਆਂ ਵਿੱਚ ਬਿਰਾਜਮਾਨ ਹੈ ਜੋਤ ਸਰੂਪ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਕੌਣ ਕਹੈ ਕਿਨ ਬੂਝੀਏ, ਕਹਿੰਦੇ ਕੌਣ ਉਹਦੇ ਬਾਰੇ ਦੱਸ ਸਕਦਾ ਹੈ, ਕੌਣ ਬੁੱਝ ਸਕਦਾ, ਜਾਣ ਸਕਦਾ। ਉਹ ਰਮਈਆ ਸਾਰਿਆਂ ਵਿੱਚ ਰਮਿਆ ਹੋਇਆ, ਜਿਹਦੀ ਮਾਤਾ ਨਹੀਂ, ਪਿਤਾ ਨਹੀਂ, ਕੋਈ ਪਰਿਵਾਰ ਨਹੀਂ, ਭੈਣ ਨਹੀਂ, ਭਰਾ ਨਹੀਂ, ਆਕਾਰ ਨਹੀਂ, ਸਰੀਰ ਨਹੀਂ। ਲੇਕਿਨ ਇਹ ਮੇਰੀ ਸਤਸੰਗੀ ਭੈਣ, ਉਹ ਸਾਰਿਆਂ ਵਿੱਚ ਰਮਿਆ ਵੀ ਹੋਇਆ, ਵਸਿਆ ਵੀ ਹੋਇਆ। ਕਿਵੇਂ ਵਸਿਆ ਹੋਇਆ? ਉਹ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸਤ ਨਿਰੰਤਰ ਘਟ ਹੀ ਖੋਜੋ, ਨਿਰੰਤਰ ਘਟ ਹੀ ਖੋਜੋ ਪਾਏ। ਉਹ ਮੈਨੇ ਫੁੱਲ ਪੁਸ਼ਪ, ਜਿਵੇਂ ਫੁੱਲ ਵਿੱਚ ਖੁਸ਼ਬੂ ਵਸਦੀ ਹੈ, ਦਿਸਦੀ ਨਹੀਂ, ਅਨੁਭਵ ਕੀਤੀ ਜਾ ਸਕਦੀ ਹੈ। ਸ਼ੀਸ਼ੇ ਵਿੱਚ ਸਾਹਮਣੇ ਹੋਵੋ, ਸ਼ੀਸ਼ਾ ਸਾਫ਼ ਹੋਏ, ਪਰਛਾਈ ਦਿਸ ਜਾਏਗੀ।
ਕਹਿੰਦੇ ਇਸ ਤਰ੍ਹਾਂ ਹੀ ਉਹ ਸਾਰਿਆਂ ਦੇ ਅੰਦਰ ਵਸਦਾ ਹੈ, ਆਪਣੇ ਘਟ ਦੇ ਵਿੱਚ ਹੀ, ਆਪਣੇ ਹਿਰਦੇ ਵਿੱਚ ਹੀ ਖੋਜਣਾ। ਔਰ ਖੋਜਣਾ ਕਿਵੇਂ ਹੈ, ਮਿਲੇਗਾ ਕਿਵੇਂ, ਆ ਵੀ ਗੁਰੂ ਪਾਤਸ਼ਾਹ ਨੇ ਬਚਨ ਬਖਸ਼ਿਸ਼ ਕੀਤੇ ਹੋਏ ਨੇ ਵੀ ਉਹ ਵਸਦਾ ਤਾਂ ਸਾਰੀ ਥਾਂ ਤੇ ਹੈ, ਜਲ ਵਿੱਚ ਵੀ, ਥਲ ਵਿੱਚ ਵੀ, ਮਹੀਲ ਵਿੱਚ ਵੀ। ਸਾਹਿਬਾਂ ਨੇ ਬਚਨ ਬਖਸ਼ਿਸ਼ ਕਰਕੇ ਸਮਝਾਇਆ, ਲੇਕਿਨ ਕਿਵੇਂ ਉਹਨੂੰ ਉਸ ਤੱਕ ਪਹੁੰਚਿਆ ਕਿਵੇਂ ਜਾ ਸਕਦਾ, ਉਹਨੂੰ ਜਾਣਿਆ ਕਿਵੇਂ ਜਾ ਸਕਦਾ, ਉਹਦੇ ਨੇੜੇ ਕਿਵੇਂ ਹੋਇਆ ਜਾ ਸਕਦਾ। ਆ ਸਾਹਿਬਾਂ ਨੇ ਜੁਗਤ ਬਖਸ਼ਿਸ਼ ਕੀਤੀ ਹੈ ਬਾਣੀ ਵਿੱਚ। ਗੁਰੂ ਪਾਤਸ਼ਾਹ ਦੀ ਸ਼ਰਨ ਜਾਣ ਦਾ, ਉਹਨਾਂ ਦੇ ਚਰਨ ਪਰਸਨ ਦਾ ਆਹੀ ਲਾਹਾ ਨੇ ਕਿ ਉਹ ਭੇਦ ਭਰੀਆਂ ਜੁਗਤਾਂ ਦੱਸਦੇ ਨੇ, ਜਿਹਦੇ ਨਾਲ ਉਸ ਮਾਲਿਕ ਨੂੰ ਮਿਲਿਆ ਜਾ ਸਕਦਾ, ਇਕਮਿਕ ਹੋਇਆ ਜਾ ਸਕਦਾ ਉਹਦੇ ਨਾਲ। ਜਲ ਥਲ ਮਹੀਲ ਕਹਿੰਦੇ ਵਰਤਦਾ, ਲੇਕਿਨ ਗੁਪਤ ਵਰਤਦਾ ਉਹ। ਜਲ ਥਲ ਮਹੀਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀ। ਕਹਿੰਦੇ ਜੇ ਉਹਨੂੰ ਨਿਹਾਰਨਾ ਹੈ ਤਾਂ ਉਹ ਮਨ ਦੀਆਂ ਅੱਖਾਂ ਨਾਲ ਨਿਹਾਰਿਆ ਜਾ ਸਕਦਾ ਹੈ। ਨਾਨਕ ਸੇ ਅੱਖੜੀਆਂ ਬੇਅਨ ਜਿਨੇ ਜਿਸੰਦੋ ਮਾਪੇ। ਕਹਿੰਦੇ ਉਹ ਇਹਨਾਂ ਅੱਖਾਂ ਨਾਲ ਨਹੀਂ, ਹੋਰ ਅੱਖਾਂ ਨਾਲ ਦੇਖਿਆ ਜਾ ਸਕਦਾ, ਗੁਰੂ ਦੇ ਸ਼ਬਦ ਰਾਹੀਂ ਦੇਖਿਆ ਜਾ ਸਕਦਾ ਹੈ। ਗੁਰ ਸ਼ਬਦੀ ਦੇਖ ਨਿਹਾਰੀ ਜੀ। ਕਹਿੰਦੇ ਜਿਵੇਂ ਸੰਸਾਰ ਲੱਭਦਾ ਫਿਰਦਾ ਨਾ ਉਹਨੂੰ ਇਹਨਾਂ ਸਰੀਰਕ ਅੱਖਾਂ ਨਾਲ, ਜੰਗਲਾਂ 'ਚ, ਬੇਲਿਆਂ 'ਚ, ਗੁਫਾਵਾਂ ਵਿੱਚ, ਪਰਬਤਾਂ 'ਚ, ਤੀਰਥਾਂ ਤੇ, ਮੱਠਾਂ ਵਿੱਚ, ਕਹਿੰਦੇ ਉੱਥੇ ਨਹੀਂ ਲੱਭਣਾ। ਇਸੇ ਲਈ ਸਾਹਿਬਾਂ ਨੇ ਸਾਨੂੰ ਹੁਕਮ ਕੀਤਾ, ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਕਹਿੰਦੇ ਉਹ ਭਰਮ ਦੇ ਵਿੱਚ ਭੁੱਲੇ ਹੋਏ ਨੇ, ਭਟਕੇ ਹੋਏ ਨੇ, ਜਿਹੜੇ ਜੰਗਲਾਂ, ਬੇਲੀਆਂ, ਗੁਫਾਵਾਂ, ਪਰਬਤਾਂ, ਆਸ਼ਰਮਾਂ, ਡੇਰਿਆਂ, ਮੱਠਾਂ ਵਿੱਚ ਲੱਭਦੇ ਫਿਰਦੇ ਨੇ। ਉਹ ਤਾਂ ਅੰਦਰ ਹੀ ਹੈ, ਉਹਦਾ ਨਾਮ ਵੀ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉਹ ਅੰਦਰ ਹੈ, ਔਰ ਉਹਨੂੰ ਗੁਰੂ ਸ਼ਬਦ ਰਾਹੀਂ ਹੀ ਖੋਜਿਆ ਜਾ ਸਕਦਾ, ਗੁਰੂ ਸ਼ਬਦ ਰਾਹੀਂ ਮਿਲਿਆ ਜਾ ਸਕਦਾ। ਲੇਕਿਨ ਉਹ ਵਸਿਆ ਸਾਰਿਆਂ ਵਿੱਚ ਹੋਇਆ, ਰਮਿਆ ਸਾਰਿਆਂ ਵਿੱਚ ਹੋਇਆ। ਫਿਰ ਅੱਗੇ ਮਿਸਾਲਾਂ ਦਿੱਤੀਆਂ ਨੇ ਜਿਹੜੀਆਂ ਬੜੀਆਂ ਖੂਬਸੂਰਤ ਭਗਤ ਜੀ ਨੇ। ਜਿਉ ਆਕਾਸ਼ੈ ਪੰਖੀ ਲੋ, ਖੋਜ ਨਿਰਖਿਓ ਨਾ ਜਾਏ। ਕਹਿੰਦੇ ਜਿਵੇਂ ਆਕਾਸ਼ ਵਿੱਚ ਪੰਖੀ ਉਡਾਰੀਆਂ ਮਾਰਦਾ ਹੈ, ਕਈ ਦਿਸ਼ਾਵਾਂ ਵਿੱਚ ਉੱਡਦਾ ਸਵੇਰ ਤੋਂ ਸ਼ਾਮ ਤੱਕ। ਕਹਿੰਦੇ ਜਿਵੇਂ ਉਹਦੇ ਰਸਤੇ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ, ਪਛਾਣ ਕੇ ਉਹਦੀ ਪੈੜ ਨਹੀਂ ਲਈ ਜਾ ਸਕਦੀ ਵੀ ਕਦੋਂ ਕਿੱਧਰ ਨੂੰ ਗਿਆ ਸੀ, ਕਿੰਨਾ ਉੱਚਾ ਉੱਡਿਆ ਸੀ, ਕਿਵੇਂ ਫਿਰ ਥੱਲੇ ਆਇਆ ਸੀ, ਖੱਬੇ ਗਿਆ ਸੀ, ਸੱਜੇ ਗਿਆ ਸੀ। ਕਹਿੰਦੇ ਉਹ ਸਾਰੀਆਂ ਉਹਦੀਆਂ ਮੂਵਮੈਂਟਸ ਦਾ, ਉਡਾਰੀਆਂ ਦਾ ਜਿਵੇਂ ਪੈੜ ਨਹੀਂ ਲਾਈ ਜਾ ਸਕਦੀ। ਪਸ਼ੂਆਂ ਦੀ ਪੈੜ ਆਪਾਂ ਲੈ ਸਕਦੇ ਹਾਂ ਨਾ, ਵੀ ਆ ਪਸ਼ੂ ਇੱਥੋਂ ਗਿਆ, ਉਹਦੇ ਪੈਰਾਂ ਦੇ ਨਿਸ਼ਾਨ, ਖੁਰਾਂ ਦੇ ਨਿਸ਼ਾਨ ਮਿੱਟੀਆਂ ਵਿੱਚ, ਧਰਤੀ ਵਿੱਚ ਕਈ ਵਾਰੀ ਉਹ ਭਾਰ ਦੇ ਨਾਲ ਇੰਪ੍ਰੈਸ਼ਨਸ ਬਣ ਜਾਂਦੇ ਨੇ। ਉੱਥੋਂ ਆਪਾਂ ਮਾੜਾ ਮੋਟਾ ਉਹ ਪੈੜ ਲੱਭ ਸਕਦੇ ਹਾਂ, ਜਾਣ ਪਛਾਣ ਸਕਦੇ ਹਾਂ ਕਿੱਥੇ ਗਿਆ, ਕਿੱਧਰੋਂ ਆਇਆ। ਪਰ ਕਹਿੰਦੇ ਜਿਵੇਂ ਪੰਖੀ ਆਕਾਸ਼ ਵਿੱਚ ਉਡਾਰੀ ਮਾਰਦਾ ਹੈ, ਉਹਦੇ ਰਸਤੇ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ, ਜਾਣਿਆ ਪਛਾਣਿਆ ਨਹੀਂ ਜਾ ਸਕਦਾ। ਕਹਿੰਦੇ ਵੀ ਉਸ ਮਾਲਿਕ ਦੀ ਰਚਨਾ ਨੂੰ, ਉਹਦੇ ਕਰਤਬਾਂ ਨੂੰ, ਉਹਦੀਆਂ ਬੇਅੰਤ ਕੌਤਕਾਂ ਨੂੰ ਕਹਿੰਦੇ ਜਾਣਿਆ ਪਛਾਣਿਆ, ਗਿਣਿਆ ਮਿਣਿਆ ਨਹੀਂ ਜਾ ਸਕਦਾ। ਜਿਉ ਆਕਾਸ਼ ਹੈ ਪੰਖੀ ਲੋ, ਖੋਜ ਨਿਰਖਿਓ ਨਾ ਜਾਈ। ਕਹਿੰਦੇ ਉਹਨੂੰ ਲੱਭਿਆ ਨਹੀਂ ਜਾ ਸਕਦਾ ਖੋਜ ਕੇ, ਉਹਦੇ ਇਸ ਮਾਰਗ ਨੂੰ, ਕਿਸ ਕਿਸ ਮਾਰਗ ਤੇ ਕਿਵੇਂ ਕਿਵੇਂ, ਕਿੱਧਰ ਨੂੰ, ਕਦੋਂ ਕਦੋਂ ਉੱਡਿਆ ਹੋ ਗਿਆ। ਕਹਿੰਦੇ ਮੈਂ ਉਸ ਮਾਲਕ ਦੇ ਕੌਤਕਾਂ ਨੂੰ, ਕਰਤਬਾਂ ਨੂੰ, ਉਹਦੇ ਕੀਤੇ ਹੋਏ ਕੰਮਾਂ ਨੂੰ, ਉਹਦੇ ਪਸਾਰੇ ਨੂੰ, ਉਹਦੀਆਂ ਬਰਕਤਾਂ, ਨੇਮਤਾਂ, ਬਖਸ਼ਿਸ਼ਾਂ ਨੂੰ ਮਨੁੱਖ ਦੀ ਸਮਰੱਥਾ ਨਹੀਂ ਹੈ ਉਹ ਜਾਣ ਪਛਾਣ ਕਰਕੇ ਗਿਣ ਮਿਣ ਲਵੇ, ਗਿਣਤੀ ਮਿਣਤੀ ਕਰ ਲਵੇ, ਇਵੈਲੂਏਟ ਕਰ ਲਵੇ। ਕਹਿੰਦੇ ਨਹੀਂ, ਮਾਲਕ ਨੇ ਆ ਸਮਰੱਥਾ ਕਿਸੇ ਦੇ ਕੋਲ ਨਹੀਂ, ਉਹ ਆਪ ਹੀ ਜਾਣਦਾ। ਬਿਲਕੁਲ ਇਸੇ ਤਰ੍ਹਾਂ ਫਿਰ ਅਗਲੀ ਮਿਸਾਲ ਦਿੱਤੀ ਪਾਣੀ ਵਾਲੇ ਜੀਵਾਂ ਦੀ ਸਾਹਿਬਾਂ ਨੇ। ਜਿਉ ਜਲ ਮਾਝੈ ਮਾਛਲੋ, ਮਾਰਗ ਵੇਖਣੋ ਨਾ ਜਾਈ। ਕਹਿੰਦੇ ਜਿਵੇਂ ਮਛਲੀ ਪਾਣੀ ਵਿੱਚ, ਚਾਹੇ ਤਲਾਬ ਹੋਵੇ, ਦਰਿਆ ਹੋਵੇ, ਨਦੀ ਹੋਵੇ, ਸਾਗਰ ਹੋਵੇ, ਕਹਿੰਦੇ ਉਹਦੇ ਚ ਵਿਚਰਦੀ ਹੈ। ਕਦੇ ਪਾਣੀ ਚ ਹੇਠਾਂ ਚੁੱਭੀਆਂ ਮਾਰਦੀ ਹੈ, ਕਦੇ ਉੱਪਰਲੀ ਤਹਿ ਤੇ ਤੈਰਦੀ ਹੈ, ਕਦੇ ਕਿਸੇ ਪਾਸੇ ਨੂੰ ਜਾਂਦੀ, ਕਦੇ ਕਿਸੇ ਪਾਸੇ ਨੂੰ ਜਾਂਦੀ ਹੈ। ਕਹਿੰਦੇ ਪਾਣੀ ਵਿੱਚ ਜਿਵੇਂ ਜਿਵੇਂ ਉਹ ਤੈਰਦੀ ਹੈ, ਜਿਵੇਂ ਉਸ ਰਸਤੇ ਨੂੰ ਵੀ ਜਾਣਿਆ ਪਹਿਚਾਣਿਆ, ਖੋਜਿਆ, ਉਹਦੀ ਪੈੜ ਨਹੀਂ ਜਾਣੀ ਜਾ ਸਕਦੀ। ਕਹਿੰਦੇ ਇਵੇਂ ਮਾਲਕ ਦੇ ਬੇਅੰਤ ਕੌਤਕਾਂ ਦੀ, ਕਰਤਬਾਂ ਦੀ, ਕੀਤੇ ਹੋਏ ਕੰਮਾਂ ਦੀ, ਪਸਾਰੇ ਦੀ, ਉਹਦੀ ਰਚਨਾ ਦੀ, ਉਹਦੇ ਗੁਣਾਂ ਦੀ, ਕਹਿੰਦੇ ਕੋਈ ਗਿਣਤੀ ਮਿਣਤੀ ਲੇਖਾ ਜੋਖਾ ਨਹੀਂ ਹੋ ਸਕਦਾ।
ਜਿਉ ਜਲ ਮਾਝੈ ਮਾਛਲੋ ਮਾਝੈ ਵਿੱਚ, ਮਾਛਲੋ ਮੱਛੀਆਂ ਮਾਰਗ ਪੇਖਣੋਂ ਨਾ ਜਾਈ। ਉਹਨਾਂ ਦਾ ਰਾਹ ਕਹਿੰਦੇ ਦੇਖਿਆ ਨਹੀਂ ਜਾ ਸਕਦਾ, ਦੇਖ ਕੇ ਉਹਨੂੰ ਪਛਾਣ ਕੇ ਆਇਡੈਂਟੀਫਾਈ ਨਹੀਂ ਕੀਤਾ ਜਾ ਸਕਦਾ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਉਹ ਮਾਲਕ ਦੇ ਬੇਅੰਤ ਕੌਤਕਾਂ ਨੂੰ, ਕਰਤਬਾਂ ਨੂੰ, ਰਹਿਮਤਾਂ ਨੂੰ, ਬਖਸ਼ਿਸ਼ਾਂ ਨੂੰ, ਕੀਤੇ ਹੋਏ ਕੰਮਾਂ ਨੂੰ ਕਹਿੰਦੇ ਮਨੁੱਖ ਦੀ ਸਮਰੱਥਾ ਨਹੀਂ ਹੈ, ਮਨੁੱਖ ਉਹਨੂੰ ਜਾਣ ਪਛਾਣ ਕਰਕੇ ਗਿਣਮਣ ਲੈ, ਲੇਖਾ ਜੋਖਾ ਕਰ ਲੈ। ਸਾਹਿਬਾਂ ਨੇ ਬਾਣੀ ਵਿੱਚ ਬਹੁਤ ਸਾਰੇ ਬਚਨਾਂ ਵਿੱਚ ਨਿਰੰਕਾਰ ਨੂੰ ਔਰ ਗੁਰੂ ਦੇ ਬੇਅੰਤ ਗੁਣਾਂ ਨੂੰ, ਗੁਰੂ ਪਰਮੇਸ਼ਰ ਇੱਕੋ ਹੀ ਹਸਤੀ ਹੈ। ਸਾਹਿਬਾਂ ਨੇ ਆ ਵੀ ਬਾਣੀ ਚ ਸਾਨੂੰ ਸਮਝਾਇਆ, ਭੁਲੇਖਾ ਨਹੀਂ ਖਾਣਾ, ਗੁਰੂ ਪਰਮੇਸ਼ਰ ਇੱਕੋ ਜਾਣ, ਏਕੋ ਏਕ ਬਖਾਣੀਐ ਬਿਰਲਾ ਜਾਣੈ ਸਵਾਦ। ਕਹਿੰਦੇ ਜਿਹੜੇ ਉਸ ਮਾਲਕ ਨਾਲ ਪੂਰੇ ਗੁਰੂ ਦੀ ਸ਼ਰਨ ਪੈ ਕੇ ਇਕਮਿਕ ਹੋ ਗਏ, ਕਹਿੰਦੇ ਉਹਨਾਂ ਨੇ ਹੀ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਉਹਨਾਂ ਨੇ ਤਾਂ ਉਸ ਨੂੰ ਜਾਣ ਪਛਾਣ ਲਿਆ, ਉਹਦੇ ਗੁਣਾਂ ਨਾਲ ਸਾਂਝ ਪਾ ਕੇ ਗੁਰੂ ਦੇ ਰਾਹੀਂ। ਬਾਕੀ ਜਿਹੜੀ ਆਪਣੀ ਮਨ ਦੀ ਮਤ ਪਿੱਛੇ ਆਪਣੀ ਵਿਦਵਤਾ ਨਾਲ, ਸਿਆਣਪ ਨਾਲ, ਚਤੁਰਾਈ ਨਾਲ ਲੱਭਦੇ ਫਿਰਦੇ ਨੇ, ਉਹ ਜਾਣ ਨਹੀਂ ਸਕੇ। ਏਕੋ ਏਕ ਬਖਾਨੀ, ਕਹਿੰਦੇ ਜਿੱਥੇ ਵੀ ਦਿਸਦਾ ਪਸਾਰਾ, ਜਿਸ ਪਾਸੇ ਵੀ ਨਿਗਾਹ ਮਾਰਦੇ ਹੋ, ਇੱਕੋ ਮਾਲਿਕ ਦੀ ਰਚਨਾ ਹੀ ਦਿਸਦੀ ਹੈ। ਕਹਿੰਦੇ ਲੇਕਿਨ ਵਿਰਲੇ ਹੀ ਨੇ ਜਿਹੜੇ ਐਸ ਦ੍ਰਿਸ਼ਟੀ ਨਾਲ ਦੇਖਦੇ ਨੇ ਕਿ ਸਾਰਿਆਂ ਵਿੱਚ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ। ਉਹ ਵਿਰਲੇ ਹੀ ਨੇ ਜਿਹੜੇ ਇਹ ਅਨੁਭਵ ਕਰਦੇ ਨੇ ਕਿ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਉਹ ਵਿਰਲੇ ਹੀ ਨੇ ਐਸੇ ਜਿਹੜੇ ਜਿਨ੍ਹਾਂ ਨੂੰ ਐਸੀ ਨਿਰਮਲ ਦ੍ਰਿਸ਼ਟੀ ਗੁਰੂ ਦੇ ਬਚਨਾਂ ਨੂੰ ਕਮਾਉਣ ਸਦਕਾ ਬਖਸ਼ਿਸ਼ ਹੋ ਜਾਂਦੀ ਹੈ। ਜਹ ਜਹ ਪੇਖੋਂ ਤੈ ਹਜ਼ੂਰ ਦੂਰ ਕਤਹੁ ਨਾ ਜਾਈ, ਰਬ ਰਿਆ ਸਰਬਤਰ ਮੈਂ ਮਨ ਸਦਾ ਧਿਆਈ। ਜਿਹੜਾ ਸਾਰਿਆਂ ਵਿੱਚ ਵਰਤਦਾ, ਰਮਿਆ, ਬੈਠਾ, ਟਿਕਿਆ ਦਿਸਦਾ ਜਿਨ੍ਹਾਂ ਨੂੰ। ਜਿਉ ਆਕਾਸ਼ੈ ਘੜੂਲੋ ਮ੍ਰਿਗ ਤ੍ਰਿਸ਼ਨਾ ਭਰਿਆ। ਕਹਿੰਦੇ ਜਿਵੇਂ ਆ ਖੁੱਲੇ ਆਕਾਸ਼ ਦੇ ਥੱਲੇ ਮ੍ਰਿਗ ਜਿਹੜਾ ਉਹ ਪਾਣੀ ਦੀ ਖੋਜ ਵਿੱਚ ਪਿਆਸਾ ਲੱਭਦਾ, ਦੂਰੋਂ ਨੂੰ ਚਮਕਦੀ ਕਿਤੇ ਰੇਤ ਦਿਸਦੀ ਹੈ, ਰੇਤ ਦਾ ਮਾੜਾ ਜਿਹਾ ਕੋਈ ਥੋੜਾ ਜਿਹਾ ਮਾਨੋ ਇਕੱਤਰ ਹੋਇਆ ਐਸਾ ਭੁਲੇਖਾ ਪਾਉਂਦਾ, ਉਹ ਥਾਂ ਦਿਸਦਾ ਵੀ ਸ਼ਾਇਦ ਪਾਣੀ ਦਾ ਸਰੋਤ ਹੈ, ਭੱਜਿਆ ਭੱਜਿਆ ਉਧਰ ਜਾਂਦਾ, ਕੋਲ ਜਾ ਕੇ ਦੇਖਦਾ ਤਾਂ ਹੈ ਨਹੀਂ। ਸੋ ਇਸੇ ਤਰ੍ਹਾਂ ਹੀ ਜਿਹੜੇ ਪੂਰੇ ਗੁਰੂ ਨਾਲ ਜਿਨ੍ਹਾਂ ਦਾ ਮਿਲਾਪ ਨਹੀਂ ਹੋਇਆ ਜੀਵਾਂ ਦਾ, ਜਿਹੜੇ ਕੱਚਿਆਂ ਪਿੱਲਿਆਂ ਦੇ ਨਾਲ ਜੁੜੇ ਹੋਏ ਨੇ, ਉਹ ਕਈ ਤਰ੍ਹਾਂ ਦੇ ਧਰਮ ਕਰਮ ਦੇ ਖੇਤਰ ਵਿੱਚ ਅਡੰਬਰ ਜ਼ਰੂਰ ਕਰਦੇ ਨੇ, ਚਾਹੇ ਉਹ ਜਪ ਨੇ, ਚਾਹੇ ਉਹ ਤਪ ਨੇ, ਚਾਹੇ ਉਹ ਤੀਰਥਾਂ ਦੇ ਇਸ਼ਨਾਨ ਨੇ, ਚਾਹੇ ਉਹ ਦਾਨ ਪੁੰਨ ਨੇ, ਚਾਹੇ ਵਰਤ ਨੇਮ ਸੰਜਮ ਨੇ। ਕਈ ਤਰ੍ਹਾਂ ਦੀਆਂ ਕਿਰਿਆਵਾਂ ਧਰਮ ਦੇ ਖੇਤਰ ਵਿੱਚ ਕੀਤੀਆਂ ਜਾਂਦੀਆਂ ਨੇ। ਕਹਿੰਦੇ ਉਹ ਬਿਲਕੁਲ ਇਸੇ ਤਰ੍ਹਾਂ ਹੀ ਹੈ ਜਿਵੇਂ ਉਹ ਮ੍ਰਿਗ ਤ੍ਰਿਸ਼ਨਾ ਵਾਲਾ, ਉਹ ਜਾਂਦੇ ਨੇ ਉੱਥੇ, ਸਮਝਦੇ ਨੇ ਕਿ ਇਹ ਜਲ ਹੋਏਗਾ, ਲੇਕਿਨ ਜਲ ਹੁੰਦਾ ਨਹੀਂ, ਕਿਉਂਕਿ ਉਹਨਾਂ ਕੋਲ ਹੈ ਨਹੀਂ। ਕਾਚੇ ਗੁਰ ਤੇ ਮੁਕਤ ਨਾ ਹੋਆ, ਉਹਨਾਂ ਦੇ ਪੱਲੇ ਹੈ ਨਹੀਂ। ਕਹਿੰਦੇ ਉਹ ਤਾਂ ਇਸ ਤਰ੍ਹਾਂ ਦੇ ਨੇ ਜਿਵੇਂ ਮਾਨੋ ਛੱਪੜ ਵਿੱਚ ਜਾ ਕੇ ਕੋਈ ਆਪਣੇ ਸਰੀਰ ਨੂੰ ਨਿਰਮਲ ਕਰਕੇ ਉਸ ਪਾਣੀ ਨਾਲ ਆਪਣੀ ਪਿਆਸ ਬੁਝਾਉਣ ਦਾ ਯਤਨ ਕਰੇ। ਕਹਿੰਦੇ ਉੱਥੇ ਤਾਂ ਸਗੋਂ ਹੋਰ ਮੈਲਾ ਹੀ ਹੋ ਕੇ ਆਉਣਗੇ, ਚਿੱਕੜ 'ਚ ਭਰ ਕੇ ਆਉਣਗੇ। ਜਿਹੜੇ ਕੱਚਿਆਂ ਪਿੱਲਿਆਂ ਦੇ ਦਰਾਂ ਤੇ ਭਟਕਦੇ ਨੇ, ਉਹ ਬਿਲਕੁਲ ਇਸੇ ਤਰ੍ਹਾਂ ਨੇ ਵੀ ਜਿਵੇਂ ਛੱਪੜ 'ਚ ਜਾ ਕੇ ਸਗੋਂ ਹੋਰ ਮੈਲੇ ਹੋ ਕੇ, ਮੈਲੇ ਕੁਚੈਲੇ ਹੋ ਕੇ ਬਾਹਰ ਆਉਂਦੇ ਨੇ। ਕਹਿੰਦੇ ਲੇਕਿਨ ਆਹ ਸੰਸਾਰ ਉਸ ਜੀਵ ਨੂੰ, ਜੀਵ ਜਿਹੜੇ ਨਿਰੰਕਾਰ ਨੂੰ ਲੱਭਦੇ ਨੇ, ਉਹ ਮ੍ਰਿਗ ਤ੍ਰਿਸ਼ਨਾ ਵਾਂਗ ਹੱਥ ਆਉਂਦਾ ਨਹੀਂ ਜਦੋਂ ਤੱਕ ਪੂਰੇ ਗੁਰੂ ਨਾਲ ਮਿਲਾਪ ਨਹੀਂ ਹੁੰਦਾ, ਪੂਰੇ ਗੁਰੂ ਦੀ ਸ਼ਰਨ ਨਹੀਂ ਪੈਂਦੇ। ਕਹਿੰਦੇ ਉਹ ਇਹੋ ਜਿਹੇ ਭੁਲੇਖਿਆਂ, ਭਰਮਾਂ, ਦੁਵਿਧਾਵਾਂ ਵਿੱਚ ਭਟਕਦੇ ਰਹਿੰਦੇ ਨੇ। ਨਾਮੇ 'ਚ ਸੁਆਮੀ ਬੀਠ ਲੋ ਜਿਨ ਤੀਨੈ ਜਰਿਆ। ਕਹਿੰਦੇ ਨਾਮੇ ਦਾ ਸੁਆਮੀ ਜਿਹੜਾ ਸਾਰੇ ਜਗਤ ਦਾ ਵੀ ਸੁਆਮੀ ਹੈ, ਬੀਠਲ, ਕਹਿੰਦੇ ਉਸਨੇ ਮੇਰੇ ਆ ਸਾਰੇ ਭਰਮ, ਭੁਲੇਖੇ, ਦੁਵਿਧਾਵਾਂ, ਸੰਸਿਆਂ ਦਾ ਨਾਸ਼ ਕਰ ਦਿੱਤਾ। ਉਹਨੇ ਇਸ ਤਪਦੇ, ਖਪਦੇ, ਕ੍ਰਿਜਦੇ, ਜਿਹੜਾ ਸੰਸਾਰ ਦੇ ਸੰਸਾਰੀ ਜੀਵਾਂ ਵਾਂਗ ਪਹਿਲਾਂ ਜਦੋਂ ਤੱਕ ਪੂਰੇ ਗੁਰੂ ਦੇ ਨਾਲ ਸ਼ਰਨ 'ਚ ਨਹੀਂ ਜੁੜਿਆ ਸੀ, ਭਟਕਦਾ ਸੀ, ਭਰਮਦਾ ਸੀ, ਤਪਦਾ, ਖਪਦਾ ਸੀ। ਕਹਿੰਦੇ ਉਹ ਸਤਿਗੁਰੂ ਦੀ ਰਹਿਮਤ ਨਾਲ ਕੀ ਹੋਇਆ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਾਜੇ ਅਨਹਦ ਤੂਰੇ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਬਿਕ ਸਭ ਨਾਸੇ।
ਕਹਿੰਦੇ ਉਹ ਸਾਰੇ ਔਗਣਾਂ ਦਾ, ਭਰਮਾਂ ਦਾ, ਦੁਬਿਧਾਵਾਂ ਦਾ, ਸ਼ੰਕਿਆਂ ਦਾ ਗੁਰੂ ਦੇ ਬਚਨਾਂ ਨੇ ਗੁਰਪ੍ਰਸਾਦ ਭਰਮ ਕਾ ਨਾਸ, ਉਹ ਨਾਸ ਕਰ ਦਿੱਤਾ। ਅੰਦਰ ਚਾਨਣ ਹੋ ਗਿਆ। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਕਹਿੰਦੇ ਇਹਨਾਂ ਉਸ ਗਿਆਨ ਦਾ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਬਚਨਾਂ ਰਾਹੀਂ ਪ੍ਰਕਾਸ਼ ਹੋ ਗਿਆ, ਮਾਨੋ ਕਰੋੜਾਂ ਸੂਰਜਾਂ ਜਿੰਨਾ ਉਜਿਆਰਾ ਚਾਨਣ ਹੋ ਗਿਆ। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਹਰ ਤਰ੍ਹਾਂ ਦਾ ਭਰਮ, ਭੁਲੇਖੇ, ਅਗਿਆਨਤਾ ਦੇ ਹਨੇਰੇ ਸੀ, ਕਹਿੰਦੇ ਉਹਨਾਂ ਦਾ ਡੇਰਾ ਚੁੱਕਿਆ ਗਿਆ। ਔਰ ਜਿਹੜੇ ਤਿੰਨ ਤਾਪਾਂ ਵਿੱਚ ਸੰਸਾਰ ਦੁਖੀ ਹੁੰਦਾ ਹੈ, ਤੀਨੇ ਤਾਪ ਸਾਹਿਬ ਬਖਸ਼ਿਸ਼ ਕਰਦੇ ਨੇ, ਨਿਵਾਰਣ ਹਾਰਾ, ਦੁੱਖ ਹੰਤਾ, ਸੁਖ ਰਾਸ, ਤਾਂ ਕੋ ਬਿਗਨ ਨਾ ਕੋ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਜਿਹੜੇ ਗੁਰੂ ਪਰਮੇਸ਼ਰ ਦੀ ਸ਼ਰਨ ਪੈ ਗਏ, ਜਿਨ੍ਹਾਂ ਨੇ ਗੁਰੂ ਪਰਮੇਸ਼ਰ ਦੇ ਦਰ ਤੇ ਨਿਮਾਣੇ ਨਿਤਾਣੇ ਹੋ ਕੇ ਨਿਮਰਤਾ ਸਹਿਤ ਦਿਲੋਂ ਇਹ ਕੂਕ ਪੁਕਾਰ ਕਰਕੇ ਬੇਨਤੀ ਕੀਤੀ, ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆ, ਰੱਖ ਲਿਹੋ ਦੀਨ ਦਿਆਲ ਭਰਮਤ ਬਹੁ ਹਾਰਿਆ। ਗੁਰੂ ਪਾਤਸ਼ਾਹ ਨੇ ਗਲੇ ਲਗਾ ਲਿਆ, ਬਖਸ਼ ਦਿੱਤੇ ਪਿਛਲੇ ਔਗਣ ਗੁਨਾਹ, ਭੁੱਲਾਂ ਔਰ ਭੁਲੇਖਿਆਂ ਦਾ, ਭਰਮਾਂ ਦਾ ਨਾਸ਼ ਕਰਕੇ। ਜਿਵੇਂ ਭਗਤ ਰਾਮਾਨੰਦ ਜੀ ਬਚਨ ਬਖਸ਼ਿਸ਼ ਕਰਦੇ ਨੇ, ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਗੁਰੂ ਦੇ ਸ਼ਬਦ ਨੇ ਉਹ ਜਿਹੜਾ ਕਰੋੜਾਂ ਪ੍ਰਕਾਰ ਦੀਆਂ ਐਸੀਆਂ ਕਿਰਿਆਵਾਂ, ਕਰਮ ਕਾਂਡਾਂ ਵਿੱਚ ਜੁੜਿਆ ਸੀ, ਔਰ ਜਿਹੜੇ ਮਾੜੇ ਸੁਭਾਅ ਵਾਲੇ, ਮਾੜੇ ਸੰਸਕਾਰਾਂ ਦੀਆਂ ਫਾਈਆਂ ਔਗਣਾਂ ਰੂਪੇ ਪਈਆਂ ਸੀ, ਨਾਨਕ ਔਗਣ ਜੇਤੜੇ ਤੇਤੇ ਗਲ ਜੰਜੀਰ, ਉਹ ਸਾਰੇ ਕੱਟ ਦਿੱਤੇ, ਮੁਕਤ ਕਰ ਦਿੱਤਾ। ਔਰ ਉਹਦੀ ਬਖਸ਼ਿਸ਼ ਸਦਕਾ ਉਹ ਮਾਲਕ ਜਿਹੜਾ ਸੀ, ਦੇਖੋ ਅਚਰਜ ਪਿਆ। ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਕਹਿੰਦੇ ਜਿਹਦਾ ਲੱਗਦਾ ਸੀ ਭੇਦ ਨਹੀਂ ਪਾਇਆ ਜਾ ਸਕਦਾ, ਜਿਹ ਤੱਕ ਪਹੁੰਚਿਆ ਨਹੀਂ ਜਾ ਸਕਦਾ, ਅਗਮ ਅਗੋਚਰ ਹੈ, ਕਹਿੰਦੇ ਗੁਰੂ ਪਾਤਸ਼ਾਹ ਨੇ ਉਹ ਨੈਣ ਬਖਸ਼ਿਸ਼ ਕਰ ਦਿੱਤੀ, ਉਹ ਜੋਤ ਬਖਸ਼ਿਸ਼ ਕਰ ਦਿੱਤੀ। ਗੁਰੈ ਦਿਖਾਇਓ ਲੋਏ ਨਾ, ਈਤੈ ਊਤੈ ਘਟ 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 ਘਟ, ਤੂੰ ਹੀ ਮੋਹਿਨਾ। ਕਹਿੰਦੇ ਪੁਕਾਰ ਉੱਠਿਆ ਮਨ ਖੇੜੇ ਵਿੱਚ, ਆਨੰਦ ਵਿੱਚ ਮਿਲਾਪ ਦੇ, ਕਿ ਗੁਰੂ ਨੇ ਉਹ ਅੱਖਾਂ ਬਖਸ਼ਿਸ਼ ਕਰ ਦਿੱਤੀਆਂ। ਆਪਾਂ ਪੜ੍ਹਦੇ ਹਾਂ ਰੋਜ਼ ਆਨੰਦ ਸਾਹਿਬ 'ਚ ਵੀ ਇਹ ਨੇਤਰ ਜਿਹੜੇ ਸੀ ਅਗਿਆਨ ਵਿੱਚ ਅੰਨੇ ਸੀ, ਲੇਕਿਨ ਸਤਿਗੁਰੂ ਨੇ ਦਿਵ ਦ੍ਰਿਸ਼ਟ ਬਖਸ਼ਿਸ਼ ਕਰ ਦਿੱਤੀ। ਗੁਰੈ ਦਿਖਾਇਓ ਲੋਏ ਨਾ, ਈਤੈ ਊਤੈ, ਇੱਥੇ ਉੱਥੇ, ਘਟ 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 ਘਟ, ਹਰ ਜੀਵ ਵਿੱਚ, ਹਰ ਸਰੀਰ ਵਿੱਚ, ਹਰ ਆਕਾਰ ਵਿੱਚ, ਤੂੰ ਹੀ ਮੋਹਿਨਾ, ਹੈ ਮੋਹਿਨ। ਇਹ ਸਾਰਿਆਂ ਨੂੰ ਮੋਹ ਲੈਣ ਵਾਲੇ, ਸਾਰਿਆਂ ਵਿੱਚ ਤੁਸੀਂ ਬੈਠੇ ਹੋਏ, ਰਮੇ ਹੋਏ, ਵਸਦੇ ਹੋਏ, ਉਹ ਭਾਵ ਦੀਆਂ ਅੱਖਾਂ ਨਾਲ ਗੁਰੂ ਨੇ ਦਿਖਾ ਦਿੱਤੇ, ਦੀਦਾਰ ਕਰਾ ਦਿੱਤੇ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਕਹਿੰਦੇ ਜਿਵੇਂ ਸਾਰੀ ਬਨਸਪਤੀ ਵਿੱਚ ਬੈਸੰਤਰ ਅੱਗ ਲੁਕੀ ਹੋਈ ਹੈ, ਜਿਵੇਂ ਦੁੱਧ ਵਿੱਚ ਘਿਓ ਅੰਦਰ ਲੁਕਿਆ ਹੁੰਦਾ ਹੈ, ਪ੍ਰਗਟ ਕੱਢਣਾ ਪੈਂਦਾ ਹੈ ਜੁਗਤ ਦੇ ਨਾਲ। ਕਹਿੰਦੇ ਇਸ ਤਰ੍ਹਾਂ ਹੀ ਚਾਹੇ ਕੋਈ ਨੀਵੀਂ ਜਾਤ ਦਾ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਉੱਚੇ ਕੁਲ ਦਾ, ਸੋ ਕਾਲ ਜੋ ਸੰਸਾਰ ਸਮਝਦਾ, ਗੁਰੂ ਪਾਤਸ਼ਾਹ ਤਾਂ ਬਖਸ਼ਿਸ਼ ਕਰਦੇ ਨੇ ਵੀ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਵਨ ਨੂੰ ਊਚ ਨੀਚ ਮੈਂ ਜੋਤ ਸਮਾਣੀ। ਸਾਰਿਆਂ ਵਿੱਚ, ਰਾਜਿਆਂ ਵਿੱਚ, ਕੰਗਾਲਾਂ ਵਿੱਚ, ਨੀਚਾਂ ਵਿੱਚ, ਉੱਚਾਂ ਵਿੱਚ, ਗਰੀਬਾਂ ਵਿੱਚ, ਅਨਪੜ੍ਹਾਂ ਵਿੱਚ, ਪੜ੍ਹਿਆਂ ਲਿਖਿਆਂ 'ਚ, ਸਾਰਿਆਂ ਵਿੱਚ ਘਟ ਘਟ ਮਾਧੋ ਜੀਆ। ਸਾਰਿਆਂ ਵਿੱਚ ਉਹ ਮਾਧਵ, ਉਹ ਮਾਧੋ ਰਮਿਆ ਹੋਇਆ, ਵਸਿਆ ਹੋਇਆ। ਇਹ ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਦੀ ਸੰਗਤ ਰਾਹੀਂ ਆਪਰਾਧ ਦਾਤ ਪ੍ਰਾਪਤ ਹੋਈ, ਕਿ ਸਾਰਿਆਂ ਵਿੱਚ ਰਮਿਆ ਹੋਇਆ ਉਹ ਦਿਸਦਾ ਦੀਦਾਰ ਹੁੰਦੇ ਨੇ। ਸਾਹਿਬ ਬਖਸ਼ਿਸ਼ ਕਰਦੇ ਨੇ ਵੀ ਉਹਦੀਆਂ ਬਰਕਤਾਂ, ਬਖਸ਼ਿਸ਼ਾਂ ਨੂੰ ਜਾਣਨ, ਗਿਣਨ, ਮਿਣਨ ਦੀ ਸਮਰੱਥਾ ਕਿਸੇ ਵਿੱਚ ਨਹੀਂ ਹੈ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਕਹਿੰਦਾ ਉਹਦੇ ਦਰਬਾਰ, ਉਹਦੀ ਹਸਤੀ, ਉਹਦਾ ਪਾਸਾਰਾ, ਉਹਦੀ ਰਚਨਾ ਬੇਅੰਤ ਬੇਅੰਤ ਹੈ। ਉਹ ਆਪ ਬੇਅੰਤ ਹੈ, ਤੂੰ ਬੇਅੰਤ ਕੋ ਵਿਰਲਾ ਜਾਣੇ, ਕੋਈ ਵਿਰਲਾ ਜਾਣ ਸਕਦਾ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਕੋਟ 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 ਲਖ ਧਾਵੈ।
ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ। ਕਹਿੰਦੇ ਕਈ ਕਰੋੜਾਂ ਉਹਨੂੰ ਜਪ ਕੇ, ਤਪ ਕਰਕੇ, ਹੋਰ ਇਹੋ ਜਿਹੇ ਨੇਮ ਸੰਜਮ ਵਾਲੇ ਕਰਮ ਕਰਕੇ ਉਸ ਤੱਕ ਪਹੁੰਚਣ ਦਾ, ਉਹਨੂੰ ਮਿਲਣ ਦਾ ਯਤਨ ਕਰਦੇ ਪਏ ਨੇ। ਭੱਜੇ ਫਿਰਦੇ ਨੇ ਇੱਧਰ ਉੱਧਰ, ਧਾਵੇ ਮੀਨ ਦੌੜੇ ਭੱਜੇ ਫਿਰਦੇ ਨੇ, ਹਰ ਪਾਸੇ ਹੱਥ ਪੈਰ ਮਾਰਦੇ ਨੇ। ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ, ਲੇਕਿਨ ਉਹਦੇ ਦਰ ਘਰ ਤੱਕ ਉਹ ਨੇੜੇ ਵੀ ਨਹੀਂ, ਉਹਨਾਂ ਨੂੰ ਤਿਲ ਮਾਤਰ ਵੀ ਉਹਦੀ ਖਬਰ ਨਹੀਂ ਹੁੰਦੀ ਜਦੋਂ ਤੱਕ ਉਹ ਪੂਰੇ ਗੁਰੂ ਦੇ ਲੜ ਨਹੀਂ ਲੱਗਦੇ, ਪੂਰੇ ਗੁਰੂ ਦੀ ਸ਼ਰਨ ਨਹੀਂ ਪੈਂਦੇ। ਕਿਉਂਕਿ ਉਹਦੇ ਦਰ ਘਰ ਦੀ ਕੁੰਜੀ ਜਿਹੜੀ ਹੈ, ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਕਹਿੰਦੇ ਉਹ ਉਸ ਤਾਲੇ ਦੀ ਚਾਬੀ ਜਿਹੜੀ ਹੈ, ਜਿੱਥੇ ਉਹ ਨਿਰੰਕਾਰ ਬਿਰਾਜਮਾਨ ਹੈ, ਜਿੱਥੇ ਉਹ ਦਸਮ ਦਵਾਰ ਹੈ, ਜਿੱਥੇ ਇਹਨਾਂ 9 ਦਵਾਰਿਆਂ ਨੂੰ ਸੰਜਮ ਵਿੱਚ ਗੁਰੂ ਦੇ ਸ਼ਬਦ ਰਾਹੀਂ ਵਰਤਣ ਦੀ, ਠਾਕਣ ਦੀ ਜੁਗਤ ਪ੍ਰਾਪਤ ਹੁੰਦੀ ਹੈ। 9 ਦਰ ਠਾਕੇ ਠਾਕ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ। ਕਹਿੰਦੇ ਉਹ ਸਾਰੀ ਜੁਗਤ ਜਿਹੜੀ ਹੈ, ਉਹ ਸਮਰੱਥ ਗੁਰੂ ਨੇ ਬਖਸ਼ਿਸ਼ ਕੀਤੀ, ਔਰ ਸਮਰੱਥ ਗੁਰੂ ਨਾਲ ਮੇਲ ਉਸ ਮਾਲਕ ਨੇ, ਨਿਰੰਕਾਰ ਨੇ ਰਹਿਮਤ ਕਰਕੇ ਕਰਾਇਆ। ਉਹਦੀ ਬਖਸ਼ਿਸ਼ ਹੋਈ ਤਾਂ ਪੂਰੇ ਗੁਰੂ ਨਾਲ ਮੇਲ ਹੋਇਆ, ਔਰ ਮਨ ਤਨ ਉਹਦੇ ਪੂਰੇ ਗੁਰੂ ਦੇ ਬਚਨਾਂ ਨੂੰ ਸਮਰਪਿਤ ਹੋਇਆ। ਹਸਤੀ ਸਿਰਜੋ ਅੰਕਸ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖੈ, ਉਹ ਵੀ ਸੇਵ ਕਰੇ। ਕਿਉਂ ਗੁਰਮੁਖ ਆਪ ਨਿਵਾਰੀਏ, ਸਭ ਰਾਜ ਸਿਸ਼ਟ ਕਰ। ਕਹਿੰਦੇ ਫਿਰ ਉਹ ਆਪਣੇ ਆਪ ਨੂੰ, ਹਉਮੈ ਨੂੰ ਖਤਮ ਕਰਕੇ, ਮਾਰ ਕੇ ਸ਼ਬਦ ਦੇ ਰਾਹੀਂ, ਕਹਿੰਦੇ ਉਹ ਮਾਲਕ ਜਿਹੜਾ ਦੂਰ ਜਾਪਦਾ ਸੀ, ਕਹਿੰਦੇ ਉਹ ਕਹੋ ਨਾਨਕ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਏ। ਉਹ ਜਦੋਂ ਸਹਿਜ ਅਵਸਥਾ ਵਿੱਚ, ਅਡੋਲ ਅਵਸਥਾ ਵਿੱਚ, ਜੀਵਨ ਮੁਕਤ ਅਵਸਥਾ ਵਿੱਚ ਗੁਰੂ ਦੇ ਸ਼ਬਦ ਰਾਹੀਂ ਪਹੁੰਚੇ, ਤਾਂ ਜਿਵੇਂ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ, ਨਾਮੇ ਚੇ ਸੁਆਮੀ ਬੀਠ ਲੋ, ਜਿਨ ਤੀਨੈ ਜਰਿਆ। ਉਹ ਮਾਇਆ ਦੇ 3 ਔਗਣਾਂ ਦੀਆਂ ਫਾਹੀਆਂ ਤੋਂ, ਉਹ 3 ਤਰ੍ਹਾਂ ਦੇ ਤਾਪ ਪਾਪਾਂ ਸੰਤਾਪਾਂ ਤੋਂ ਮੁਕਤੀ ਕਰਾ ਦਿੱਤੀ, ਉਹਨਾਂ ਤੋਂ ਖਹਿੜਾ ਛੁਡਾ ਦਿੱਤਾ। ਤੇ ਹੁਣ ਉਹ ਮਾਲਕ ਹਮੇਸ਼ਾ ਰਮਿਆ ਹੋਇਆ, ਕੌਣ ਕਹੈ ਕਿਨ ਬੂਝੀਐ, ਰਮਈਆ ਆਕੁਲ ਰੀ ਬਾਈ। ਉਹ ਸਾਰੇ ਸੰਸਾਰ ਵਿੱਚ ਬਿਰਾਜਮਾਨ, ਸਾਰੇ ਜੀਵਾਂ ਵਿੱਚ ਬਿਰਾਜਮਾਨ, ਸਾਰੇ ਜੀਵਾਂ ਵਿੱਚ ਸਮਾਇਆ ਹੋਇਆ, ਰਮਿਆ ਹੋਇਆ, ਉਹਦੇ ਦੀਦਾਰ ਹੁੰਦੇ ਨੇ। ਔਰ ਉਸ ਤੋਂ ਵੱਡੀ ਕੋਈ ਸੰਸਾਰ ਵਿੱਚ ਹਸਤੀ ਨਹੀਂ, ਕੋਈ ਦੇਵੀ ਦੇਵਤਾ ਨਹੀਂ। ਸਾਹਿਬ ਬਖਸ਼ਿਸ਼ ਕਰਦੇ ਨੇ, ਮੈਂ ਪੇਖਿਓ ਰੀ ਉੱਚਾ, ਮੋਹਨ ਸਭ ਤੇ ਉੱਚਾ, ਆਨ ਨ ਸਮਸਰ ਕੋ ਲਾਗੈ, ਢੂੰਡ ਰਹੇ ਹਮ ਉੱਚਾ। ਕਹਿੰਦੇ ਮੈਂ ਮੂਰਖ ਔਰ ਬੇਅੰਤ ਜੀਵ ਨੂੰ ਲੱਭਦੇ ਫਿਰਦੇ ਨੇ। ਕਹਿੰਦੇ ਉਹਦੇ ਵਰਗਾ, ਮੋਹਨ ਵਰਗਾ ਹੋਰ ਸੰਸਾਰ ਵਿੱਚ ਆਨ ਨਾ ਸਮਸਰ ਕੋ ਲਾਗੇ, ਉਹਦੇ ਬਰਾਬਰ ਦੀ, ਉਹਦੇ ਟਾਕਰੇ ਦੀ ਹੋਰ ਦੂਸਰੀ ਕੋਈ ਹਸਤੀ ਨਹੀਂ। ਇਸ ਕਰਕੇ ਸਾਹਿਬਾਂ ਨੇ ਸਾਨੂੰ ਬੇਨਤੀ ਕਰਨ ਦੀ ਜੁਗਤ ਬਖਸ਼ਿਸ਼ ਕੀਤੀ ਹੈ ਕਿ ਉਹਦੇ ਅੱਗੇ ਜਦੋਂ ਨਤਮਸਤਕ ਹੁੰਨੇ ਆ, ਫਤਿਹ ਬੁਲਾਉਨੇ ਆ, ਆਪਣਾ ਅਦਬ ਸਤਿਕਾਰ ਭੇਂਟ ਕਰਦੇ ਆ, ਤਾਂ ਬੇਨਤੀ ਵੀ ਕਰਨੀ ਹੈ, ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੂੰ ਦਾਤਰੀ, ਨਿਤ ਹਿਰਦੈ ਰੱਖਾਂ ਸੰਭਾਲ। ਕਿ ਜੇ ਤੁਸੀਂ ਸੱਚਮੁੱਚ ਤੁਰਠੇ ਹੋ, ਮਿਹਰਬਾਨ ਹੋਏ ਹੋ, ਦਿਆਲ ਕਿਰਪਾਲ ਹੋਏ ਹੋ, ਤਾਂ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਤੇ ਵਿਸ਼ਵਾਸ ਭਰੋਸਾ ਨਾ ਬਣੇ, ਕਿਸੇ ਵੱਲ ਦੇਖਾਂ ਵੀ ਨਾ ਭੁੱਲ ਕੇ, ਕਿਸੇ ਵੱਲ ਆਸ ਵੀ ਨਾ ਕਰਾਂ ਗੁਰੂ ਪਰਮੇਸ਼ਰ ਦੇ ਦਰ ਘਰ ਤੋਂ ਛੱਡ ਕੇ, ਕਿਉਂਕਿ ਉਹ ਸਾਰਿਆਂ ਤੋਂ ਵੱਡਾ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ, ਆਦ ਨਿਰੰਜਨ ਨਿਰੰਕਾਰ ਜਿਉ, ਤਾਂ ਕੀ ਗਤ ਕਹੀ ਨਾ ਜਾਈ, ਅਮਿਤ ਵਡਿਆਈ। ਅਮਿਤ ਜਿਹੜੀ ਅਮਿਣਵੀਂ, ਕਹਿੰਦੇ ਉਹਦੀ ਵਡਿਆਈ, ਉਹਦੀ ਸ਼ੋਭਾ, ਮੇਰੇ ਲਾਲਨ ਕੀ ਸ਼ੋਭਾ, ਕਹਿੰਦੇ ਉਹ ਕਹੀ ਨਹੀਂ ਜਾ ਸਕਦੀ। ਮੇਰਾ ਗੋਬਿੰਦ ਤਾਂ ਕੀ ਗਤ ਕਹੀ ਨਾ ਜਾਈ, ਅਮਿਤ ਵਡਿਆਈ, ਮੇਰਾ ਗੋਬਿੰਦ ਅਲਖ ਅਪਾਰ ਜੋ, ਜਿਹਦੇ ਗੁਣ ਲਖੇ ਨਹੀਂ ਜਾ ਸਕਦੇ, ਜਿਹਦੇ ਗੁਣਾਂ ਦਾ ਪਾਰ ਨਹੀਂ ਪਾਇਆ ਜਾ ਸਕਦਾ। ਗੋਬਿੰਦ ਅਲਖ ਅਪਾਰ ਅਪਰੰਪਰ, ਆਪ ਆਪਣਾ ਜਾਣੈ, ਕਿਆ ਇਹ ਜੰਤ ਵਿਚਾਰੇ ਕਈਆਂ, ਜੋ ਤੁਧ ਆਖ ਵਖਾਣੇ। ਸੋ ਇਹਨਾਂ ਜੀਵਾਂ ਦੀ, ਸਾਡੇ ਜੀਵਾਂ ਦੀ ਇਹ ਸਮਰੱਥਾ, ਇਹ ਹਸਤੀ ਨਹੀਂ ਹੈ ਕਿ ਉਹਦੇ ਗੁਣਾਂ ਦਾ, ਉਹਦੀਆਂ ਬਰਕਤਾਂ ਦਾ, ਉਹਦੀਆਂ ਰਹਿਮਤਾਂ ਦਾ, ਉਹਤੇ ਕੀਤੇ ਹੋਏ ਕੰਮਾਂ ਦਾ, ਉਹਦੇ ਪਸਾਰੇ ਦਾ ਅਸੀਂ ਜਾਣ ਸਕੀਏ ਮੁਕੰਮਲ ਰੂਪ ਚ, ਉਹਨੂੰ ਬੁੱਝ ਸਕੀਏ ਤੇ ਉਹਨੂੰ ਬਖਿਆਨ ਕਰ ਸਕੀਏ।
ਇਸੇ ਕਰਕੇ ਸਾਹਿਬ ਬਖਸ਼ਿਸ਼ ਕਰਦੇ ਨੇ ਵੀ ਤੂੰ ਬੇਅੰਤ ਕੋ ਵਿਰਲਾ ਜਾਣੈ। ਉਹਨੂੰ ਬੇਅੰਤ ਕਹਿਣਾ ਹੀ ਸਾਹਿਬਾਂ ਨੇ ਤਾਂ ਅਸੰਖ ਵੀ ਕਹਿ ਦਿੱਤਾ ਵੀ ਅਸੰਖ ਕਹੇ ਸਿਰ ਪਾਰ ਹੋਏ। ਭਾਵ ਸਾਡੀ ਇਹ ਬੁੱਧੀ ਸਮਰੱਥਾ ਇਹ ਪਾਇਆ ਨਹੀਂ ਹੈ ਕਿ ਅਸੀਂ ਮੁਕੰਮਲ ਰੂਪ ਚ ਉਹਦੇ ਆਦ ਅੰਤ ਨੂੰ, ਉਹਦੇ ਗੁਣਾਂ ਨੂੰ, ਉਹਦੀਆਂ ਰਹਿਮਤਾਂ ਨੂੰ ਜਾਣ ਬੁੱਝ ਸਕੀਏ ਜਾਂ ਬਖਾਣ ਸਕੀਏ। ਉਹਦੀ ਸਿਫਤ ਸਲਾਹ ਕਰਨੀ ਬਣਦੀ ਹੈ, ਜਿਹਦੀ ਸਿਫਤ ਸਲਾਹ ਕੀਤਿਆਂ ਸਾਹਿਬ ਬਖਸ਼ਿਸ਼ ਕਰਦੇ ਨੇ ਵੀ ਉਹਦੇ ਵਰਗੇ ਹੋ ਜਾਈਦਾ, ਜੈਸੋ ਸੇਵੇ ਤੈਸਾ ਹੋਏ। ਤੇ ਨਾਲੇ ਉਹਦੀ ਸਿਫਤ ਸਲਾਹ ਕਰਦਿਆਂ ਅੰਦਰੋਂ ਔਗਣਾਂ ਦੀ ਮੈਲ ਔਰ ਮਾਇਆ ਦੀਆਂ ਫਾਹੀਆਂ ਜਿਹੜੀਆਂ ਨੇ ਉਹ ਕੱਟੀਆਂ ਜਾਂਦੀਆਂ ਨੇ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖਫੈਲ। ਸੋ ਆਪਾਂ ਸਾਰਿਆਂ ਨੇ ਯਤਨ ਕਰਨਾ ਹੈ ਕਿ ਗੁਰੂ ਪਾਤਸ਼ਾਹ ਜੀ ਰਹਿਮਤ ਕਰਕੇ ਸਾਨੂੰ ਸ਼ਬਦ ਦੀ ਵਿਚਾਰ ਦੀ ਸੰਗਤ ਬਖਸ਼ਿਸ਼ ਕਰਦੇ ਨੇ। ਵਿਚਾਰ ਸਾਡੇ ਹਿਰਦੇ ਵਿੱਚ ਟਿਕ ਜਾਏ, ਸਾਡੇ ਜੀਵਨ ਵਿੱਚ ਵਸ ਜਾਏ, ਅਸੀਂ ਗੁਰ ਸ਼ਬਦ ਦੀ ਹੁਕਮ ਨੂੰ ਕਮਾਉਣ ਦੀ ਗੁਰੂ ਪਾਤਸ਼ਾਹ ਕੋਲੋਂ ਸਮਰੱਥਾ ਮੰਗ ਸਕੀਏ, ਕਮਾ ਸਕੀਏ। ਤੇ ਜਿਵੇਂ ਸਾਹਿਬਾਂ ਨੇ ਬਚਨ ਬਖਸ਼ਿਸ਼ ਕੀਤੇ ਨੇ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ। ਔਰ ਜਿਵੇਂ ਸਾਹਿਬ ਬਖਸ਼ਿਸ਼ ਕਰਦੇ ਨੇ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਹਮੇਸ਼ਾ ਉੱਠਦਿਆਂ ਬੈਠਦਿਆਂ ਜਾਗਦਿਆਂ ਸੌਂਦਿਆਂ ਕਾਰ ਵਿਹਾਰ ਕਰਦਿਆਂ ਉਹਦੀ ਯਾਦ ਨੂੰ, ਉਹਦੀ ਸਿਮਰਤੀ ਨੂੰ ਹਿਰਦੇ ਵਿੱਚ ਵਸਾ ਕੇ ਉਹਦੇ ਹੁਕਮਾਂ ਦੇ ਅਦਬ ਦੇ ਵਿੱਚ ਆਪਣਾ ਜੀਵਨ ਬਤੀਤ ਕਰਕੇ ਜੀਵਨ ਸਵਾਰ ਸਕੀਏ। ਇਹ ਸੰਖੇਪ ਦੀਆਂ ਵਿਚਾਰਾਂ ਅਲਪਮਾਤਰਾ ਨਾਲ ਆਪ ਜੀ ਨਾਲ ਸਾਂਝੇ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ, ਗਲਤੀਆਂ, ਟੁੱਟੀਆਂ ਵਗਿਆਂ ਲਈ ਦਾਸ ਖਿਮਾ ਦਾ ਜਾਚਕ ਹੈ। ਤਰਸ ਕਰਕੇ ਅਸੀਸ ਬਖਸ਼ਿਸ਼ ਕਰਨੀ। ਪਾਤਸ਼ਾਹ ਇਹਨਾਂ ਬਚਨਾਂ ਨੂੰ ਕਮਾਉਣ ਦੀ ਸਮਰੱਥਾ ਬਖਸ਼ਣ ਔਰ ਆਖਰੀ ਸਵਾਸ ਤੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਗੁਰੂ ਕੀ ਸੰਗਤ ਦੇ ਚਰਨ ਪਰਸਦੇ ਰਹਿਣ ਦੀ ਸੁਭਾਗ ਸਮਾਂ ਬਖਸ਼ਿਸ਼ ਕਰਦੇ ਰਹਿਣ। ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹੋਏ ਫਤਿਹ ਦੀ ਸਾਂਝ ਕਰਦੇ ਹਾਂ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।